ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ। ਗੁਰੂ ਨੂੰ ਵਾਹ ਕਿਹਾ ਗਿਆ ਹੈ। ਵਾਹ ਦਾ ਮਤਲਬ ਹੈ ਧੰਨ। ਇਹ ਪਰਸ਼ੀਅਨ ਦਾ ਸ਼ਬਦ ਹੈ ਵਾਹ। ਵਾਹ ਤੇ ਗੁਰੂ ਸ਼ਬਦ ਦੋਵੇਂ ਇਕੱਠੇ ਨਹੀਂ ਜੁੜੇ ਜਾ ਸਕਦੇ, ਜਿਵੇਂ ਅੱਜ ਕੱਲ੍ਹ ਇਹ ਪ੍ਰਚਲਿਤ ਹੈ, ਕਿਉਂਕਿ ਗੁਰੂ ਸ਼ਬਦ ਸੰਸਕ੍ਰਿਤ ਦਾ ਹੈ, ਵਾਹ ਸ਼ਬਦ ਜਿਹੜਾ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ। ਤਾਂ ਇਹ ਵਾਹ ਗੁਰੂ ਦਾ ਮਤਲਬ ਹੈ, ਹੇ ਗੁਰੂ ਤੁਸੀਂ ਧੰਨ ਹੋ, ਇਹ ਗੁਰੂ ਤੂੰ ਧੰਨ ਹੈ, ਸ਼ਾਬਾਸ਼ ਹੈ। ਸੋ ਆਓ ਗੁਰੂ ਪਿਆਰਿਓ, ਅੱਜ ਵਿਚਾਰ ਕਰਦੇ ਹਾਂ ਗੁਰਬਾਣੀ ਉਚਾਰਨ ਦੀ ਸਮੱਸਿਆ। ਇਸ ਵਿਚਾਰ ਦੀ ਕਿਉਂ ਲੋੜ ਪਈ? ਕਿਉਂਕਿ ਥੋੜ੍ਹੇ ਦਿਨ ਹੋਏ ਪਟਿਆਲੇ ਦੇ ਵਿੱਚ ਇੱਕ ਸੈਮੀਨਾਰ, ਸੰਥਿਆ ਕਾਰਜਸ਼ਾਲਾ ਜਿਹਨੂੰ ਕਹਿ ਸਕਦੇ ਹਾਂ, ਕਰਵਾਈ ਗਈ ਸੀ, ਜਿਸ ਵਿੱਚ ਗੁਰਬਾਣੀ ਉਚਾਰਨ ਸੰਬੰਧੀ ਕੁਝ ਫੈਸਲੇ ਲਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਾਰਜਸ਼ਾਲਾ ਕਰਵਾਈ ਗਈ ਅਤੇ ਇਸ ਦੇ ਵਿੱਚ ਜੋ ਫੈਸਲੇ ਲਏ ਗਏ ਉਸ ਮੁਤਾਬਕ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ, ਇਹਦੇ ਬਾਰੇ ਉਹਨਾਂ ਨੇ ਇੱਕ ਕਿਤਾਬਚਾ ਵੀ ਛਾਪਿਆ ਹੈ 40 ਪੇਜ ਦਾ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਅੱਖਰ ਜਾਂ ਸ਼ਬਦ ਜਿਵੇਂ ਲਿਖੇ ਗਏ ਹਨ ਉਸੇ ਤਰ੍ਹਾਂ ਹੀ ਬੋਲੇ ਜਾਣ। ਇਸ ਵਿੱਚ ਕੋਈ ਉਚਾਰਨ ਸੇਧ ਨਾ ਵਰਤੀ ਜਾਵੇ। ਜਿਵੇਂ ਸਾਨੂੰ ਅੱਜ ਕੱਲ੍ਹ ਇਹ ਲਿਖੇ ਹੋਏ ਮਿਲਦੇ ਹਨ ਅੱਖਰ ਜਾਂ ਸ਼ਬਦ, ਇਹ ਉਸੇ ਤਰ੍ਹਾਂ ਪੜ੍ਹੇ ਜਾਣ। ਤਾਂ ਇਸ ਸੰਬੰਧ ਵਿੱਚ ਬੜੀ ਚਰਚਾ ਚੱਲ ਰਹੀ ਹੈ ਅਤੇ ਇਸ ਚਰਚਾ ਨੂੰ ਮੁੱਖ ਰੱਖਦਿਆਂ ਇਹ ਵਿਚਾਰ ਜਿਹੜੀ ਇੱਥੇ ਸ਼ੁਰੂ ਕੀਤੀ ਜਾ ਰਹੀ ਹੈ। ਸ਼ੁਰੂ ਕਰਦੇ ਹਾਂ। ਗੁਰਬਾਣੀ ਤੋਂ ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੈ, ਪਰ ਰਾਗਮਾਲਾ ਤੋਂ ਬਿਨਾਂ ਜੋ ਗੁਰਬਾਣੀ ਨਹੀਂ। ਰਹਿਤ ਮਰਜ਼ਾਦਾ ਅਨੁਸਾਰ ਇਸ ਨੂੰ ਪੜ੍ਹਨ ਜਾਂ ਨਾ ਪੜ੍ਹਨ ਦੀ ਛੋਟ ਦਿੱਤੀ ਗਈ ਹੈ। ਦੇਖੋ ਸਿੱਖ ਰਹਿਤ ਮਰਜ਼ਾਦਾ ਪੰਨਾ 18 ਭੋਗ ਊੜਾ ਭਾਗ। ਭਾਵ ਹੈ ਰਾਗਮਾਲਾ ਜਿਹੜੀ ਇਸ ਨੂੰ ਗੁਰਬਾਣੀ ਨਹੀਂ ਮੰਨਿਆ ਗਿਆ ਰਹਿਤ ਮਰਜ਼ਾਦਾ ਵੱਲੋਂ ਵੀ, ਅਤੇ ਇਸ ਨੂੰ ਕੋਈ ਪੜ੍ਹੇ ਜਾਂ ਨਾ ਪੜ੍ਹੇ। ਸੋ ਗੁਰਬਾਣੀ ਤੋਂ ਭਾਵ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪਰ ਰਾਗਮਾਲਾ ਤੋਂ ਬਿਨਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪੰਥ ਰਤਨ ਸਰਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਿਜ਼ਮ, ਬਹਾਦਰਗੜ੍ਹ ਪਟਿਆਲਾ ਵਿੱਚ 11 ਅਕਤੂਬਰ ਸੰਨ 2021 ਤੋਂ 15 ਅਕਤੂਬਰ 2021 ਤੱਕ ਗੁਰਬਾਣੀ ਸੰਥਿਆ ਕਾਰਜਸ਼ਾਲਾ ਕਰਵਾਈ ਗਈ। ਇਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪਾਠੀ ਜਾਂ ਕਿਸੇ ਸਿੱਖ ਵਿਦਵਾਨ ਵੱਲੋਂ ਦਿੱਤੀ ਗਈ ਕਿਸੇ ਉਚਾਰਨ ਸੇਧ ਤੋਂ ਬਿਨਾਂ ਹੀ ਗੁਰਬਾਣੀ ਦਾ ਪਾਠ ਉਚਾਰਨ ਉਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਸ਼ਬਦ ਲਿਖੇ ਗਏ ਹਨ, ਅਤੇ ਅਜਿਹਾ ਕਰਨ ਲਈ ਪੰਜਾਬੀ ਦੀ ਮੁਹਾਰਨੀ ਚੇਤੇ ਕਰਨ ਦੀ ਲੋੜ ਹੈ। ਕਿਸੇ ਸੰਥਿਆ ਦੀ ਜ਼ਰੂਰਤ ਨਹੀਂ। ਹੁਣ ਤੱਕ ਸਿੱਖ ਪ੍ਰਚਾਰਕਾਂ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ਸ਼ਬਦਾਂਤਕ ਲਗਾ ਮਾਤਰਾ ਦੇ ਗੁੱਝੇ ਭੇਦ, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪਣਾ ਕੇ ਗੁਰਬਾਣੀ ਦੀ ਪਾਠ ਸੰਥਿਆ ਕਰਵਾਈ ਜਾ ਰਹੀ ਹੈ। ਕਮੇਟੀ ਵੱਲੋਂ ਅਪ੍ਰੈਲ ਸੰਨ 2007 ਵਿੱਚ ਇਸ ਕਿਤਾਬਚੇ ਦੀ ਅਗਵਾਈ ਦਾ ਪ੍ਰਚਾਰ ਕਰਨ ਲਈ 30,000 ਕਾਪੀ ਭੇਟਾ ਰਹਿਤ ਦੇਣ ਲਈ ਛਾਪੀ ਗਈ ਸੀ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਵੱਲੋਂ ਵੀ ਇਸ ਕਿਤਾਬਚੇ ਨੂੰ ਮੁੱਖ ਰੱਖ ਕੇ ਹੀ ਪਾਠ ਸੰਥਿਆ ਕਰਵਾਈ ਜਾ ਰਹੀ। ਕਾਰਜਸ਼ਾਲਾ ਵਿੱਚ ਹੁਣ ਇਸ ਕਿਤਾਬਚੇ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਪ੍ਰਗਟਾਈ ਗਈ। ਪੈਰ ਬਿੰਦੀਆਂ, ਵਿਆਕਰਣਕ ਬਿੰਦੀਆਂ ਅਤੇ ਅਧਿਕ ਦੀ ਵਰਤੋਂ ਨੂੰ ਵੀ ਉਚਾਰਨ ਵਿੱਚ ਛੱਡ ਦਿੱਤੇ ਜਾਣ ਦਾ ਨਿਰਣਾ ਲਿਆ ਗਿਆ ਹੈ।
ਕਿਉਂਕਿ ਇਹਨਾਂ ਧੁਨੀਆਂ ਨੂੰ ਉਚਾਰਨ ਦਾ ਭਾਗ ਨਹੀਂ ਮੰਨਿਆ ਗਿਆ। ਇਸ ਕਾਰਜਸ਼ਾਲਾ ਵੱਲੋਂ ਸੰਥਿਆ ਕਾਰਜਸ਼ਾਲਾ ਦੇ ਉਚਾਰਨ ਸੰਬੰਧੀ ਇਸ ਤਰ੍ਹਾਂ ਕੱਢੇ ਸਿੱਟਿਆਂ ਨਾਲ ਸਿੱਖ ਵਿਦਵਾਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹੁਣ ਤੱਕ ਬੜੀ ਮਿਹਨਤ ਨਾਲ ਤਿਆਰ ਅਤੇ ਅਪਲੋਡ ਕੀਤੇ ਪਾਠ, ਸੰਥਿਆ, ਸ਼ਬਦ ਕੀਰਤਨ, ਕਥਾ ਆਦਿਕ ਦੇ ਪ੍ਰੋਗਰਾਮਾਂ ਦੀ ਕੀਮਤ ਸਿਫਰ ਹੋ ਜਾਵੇਗੀ। ਉਚਾਰਨ ਸੇਧਾਂ ਨਾਲ ਲਿਖੇ ਗੁਰਬਾਣੀ ਦੇ ਟੀਕੇ ਕਿਸੇ ਅਰਥ ਨਹੀਂ ਰਹਿ ਜਾਣਗੇ, ਕਿਉਂਕਿ ਉਚਾਰਨ ਸੇਧਾਂ ਨੂੰ ਕਾਰਜਸ਼ਾਲਾ ਵੱਲੋਂ ਮੰਨਿਆ ਹੀ ਨਹੀਂ ਗਿਆ, ਫਜ਼ੂਲ ਗਿਣਿਆ ਗਿਆ, ਵਿਅਰਥ ਗਿਣਿਆ ਗਿਆ। ਲੱਖਾਂ ਦੀ ਗਿਣਤੀ ਵਿੱਚ ਉਹ ਸਿੱਖ ਪਰੇਸ਼ਾਨ ਵੀ ਹੋਣਗੇ ਜੋ ਉਚਾਰਨ ਸੇਧਾਂ ਨਾਲ ਸਿੱਖੇ ਪਾਠ ਨੂੰ ਜੀਵਨ ਵਿੱਚ ਅਪਣਾ ਚੁੱਕੇ ਹਨ। ਸਿੱਖ ਪਹਿਲਾਂ ਹੀ ਅਣਸੁਲਝਾਏ ਕੁਝ ਮੁੱਦਿਆਂ ਕਾਰਨ ਫੁੱਟ ਦਾ ਸ਼ਿਕਾਰ ਬਣੇ ਪਏ ਹਨ ਅਤੇ ਕਾਰਜਸ਼ਾਲਾ ਦੀ ਇਹ ਕਾਰਵਾਈ ਸਿੱਖਾਂ ਵਿੱਚ ਫੁੱਟ ਦੇ ਇੱਕ ਹੋਰ ਮੁੱਦੇ ਨੂੰ ਜਨਮ ਦੇ ਸਕਦੀ ਹੈ। ਕਾਰਜਸ਼ਾਲਾ ਵੱਲੋਂ ਬਣਾਏ ਨਵੇਂ ਉਚਾਰਨ ਨਿਯਮਾਂ ਸੰਬੰਧੀ ਸੁਝਾਅ ਵੀ ਮੰਗੇ ਗਏ ਹਨ ਅਤੇ ਇਸ ਲੇਖ ਵਿੱਚ ਇਹ ਵਿਚਾਰਨ ਦੀ ਕੋਸ਼ਿਸ਼ ਹੈ ਕਿ ਗੁਰਬਾਣੀ ਨੂੰ ਲਿਖੇ ਗਏ ਸ਼ਬਦਾਂ ਅਨੁਸਾਰ ਉਚਾਰਨ ਕਰਨਾ ਕਿੰਨਾ ਸਾਰਥਕ ਹੈ ਤੇ ਕਿੰਨਾ ਨਹੀਂ। ਪੁਰਾਤਨ ਸਮੇਂ ਗੁਰਬਾਣੀ ਦਾ ਉਚਾਰਨ ਢੰਗ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਗੁਰਬਾਣੀ ਦਾ ਉਚਾਰਨ ਬਾਣੀਕਾਰਾਂ ਦੀ ਅਗਵਾਈ ਵਿੱਚ ਜਿਵੇਂ ਹੁੰਦਾ ਸੀ, ਚਿੰਤਕਾਂ ਵੱਲੋਂ ਇਸ ਬਾਰੇ ਦੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। 12ਵੀਂ ਸਦੀ ਤੋਂ 17ਵੀਂ ਸਦੀ ਇਸ ਕਰਕੇ ਲਿਖਿਆ ਕਿਉਂਕਿ ਇਹ ਗੁਰਬਾਣੀ ਦਾ ਲਿਖਣ ਕਾਲ ਹੈ। ਇਸੇ ਸਮੇਂ ਦੌਰਾਨ ਬਾਣੀ ਲਿਖੀ ਗਈ। ਪਹਿਲੀ ਕਿਆਸ ਰਾਈ ਉਦੋਂ ਗੁਰਬਾਣੀ ਨੂੰ ਜਿਵੇਂ ਲਿਖਿਆ ਹੈ ਤਿਵੇਂ ਹੀ ਬੋਲਦੇ ਸਨ। ਇਹ ਜੋ ਪਹਿਲੀ ਕਿਆਸ ਰਾਈ ਵਾਲੇ ਸੱਜਣ ਹਨ, ਉਹਨਾਂ ਦੇ ਇਸ ਤਰ੍ਹਾਂ ਦੇ ਵਿਚਾਰ ਹਨ ਕਿ ਉਦੋਂ ਗੁਰਬਾਣੀ ਨੂੰ ਜਿਵੇਂ ਲਿਖਿਆ ਹੈ ਤਿਵੇਂ ਹੀ ਬੋਲਦੇ ਸਨ। ਸ਼ਬਦਾਂ ਵਿੱਚ ਕਿਸੇ ਅੱਖਰ ਦੀ ਦੋਹਰੀ ਧੁਨੀ ਜਾਣੀ ਪੈਰ ਬਿੰਦੀ ਵਾਲੀ, ਕੋਈ ਬਾਹਰੀ ਧੁਨੀ, ਵਿਆਕਰਨਕ ਨਾਸਕੀ ਧੁਨੀ, ਬਿੰਦੀ ਟਿੱਪੀ ਜਾਂ ਅਧਕ ਜਿਸ ਨੂੰ ਬਲ ਧੁਨੀ ਕਿਹਾ ਜਾਂਦਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਇਹ ਪਹਿਲੀ ਕਿਆਸ ਰਾਈ ਹੈ। ਪਾਠ ਵਿੱਚ ਕੋਈ ਵਿਰਾਮ ਨਹੀਂ ਦਿੰਦੇ ਸਨ। ਪੰਜਾਬੀ ਦੀ ਮੁਹਾਰਨੇ ਅਨੁਸਾਰ ਸਾਰੀਆਂ 10 ਧੁਨੀਆਂ ਨੂੰ ਬੋਲਦੇ ਸਨ। ਕਿਸੇ ਉਚਾਰਨ ਸੇਧ ਦੀ ਲੋੜ ਨਹੀਂ ਸੀ। ਗੁਰਬਾਣੀ ਸੰਥਿਆ ਕਾਰਜਸ਼ਾਲਾ ਨੇ ਇਸ ਕਿਆਸ ਰਾਈ ਨੂੰ ਅਪਣਾਇਆ ਹੈ, ਜਿਹੜੀ ਕਿ ਪਟਿਆਲੇ ਵਿੱਚ ਹੁਣੇ ਹੋਈ ਹੈ। ਹੁਣ ਦੂਜੀ ਵਿਚਾਰ ਵਾਲੇ ਵੀ ਕੋਈ ਸੱਜਣ ਹਨ ਜੋ ਦੂਜੀ ਕਿਆਸ ਰਾਈ ਲਾਉਂਦੇ ਹਨ। ਦੂਜੀ ਇਹ ਕਿ ਗੁਰਬਾਣੀ ਦਾ ਪਾਠ ਉਸ ਸਮੇਂ ਲੋਕਾਂ ਵਿੱਚ ਪ੍ਰਚਲਿਤ ਭਾਸ਼ਾਵਾਂ ਦੀਆਂ ਗੁਰਬਾਣੀ ਵਿੱਚ ਵਰਤੀਆਂ ਧੁਨੀਆਂ ਜਿਵੇਂ ਸ਼ਾ, ਗਾ, ਜ਼ਾ, ਜਿਨ੍ਹਾਂ ਨੂੰ ਅੱਜ ਕੱਲ੍ਹ ਪੈਰ ਬਿੰਦੀ ਵਾਲੇ ਅੱਖਰ ਕਹਿੰਦੇ ਆ, ਅਤੇ ਅਧਿਕ ਆਦਿਕ ਨੂੰ ਪਾਠ ਵਿੱਚ ਸ਼ਾਮਲ ਕਰਕੇ ਬਾਣੀਕਾਰਾਂ ਵੱਲੋਂ ਗੁਰਬਾਣੀ ਵਿੱਚ ਦਿੱਤੀਆਂ ਉਚਾਰਨ ਸੇਧਾਂ ਅਨੁਸਾਰ ਪਾਠ ਕੀਤਾ ਜਾਂਦਾ ਸੀ। ਇਹ ਦੂਜੀ ਕਿਆਸ ਰਾਈ ਵਾਲੇ ਸੱਜਣ ਹਨ। ਗੁਰਬਾਣੀ ਦੇ ਖੋਜੀ ਸਿੱਖ ਵਿਦਵਾਨਾਂ ਵੱਲੋਂ ਇਹਨਾਂ ਉਚਾਰਨ ਸੇਧਾਂ ਨੂੰ ਖੋਜ ਕੇ ਪਾਠਕਾਂ ਦੀ ਅੱਜ ਵੀ ਅਗਵਾਈ ਕੀਤੀ ਜਾ ਰਹੀ ਹੈ। ਇਹਨਾਂ ਉਚਾਰਨ ਸੇਧਾਂ ਨੂੰ ਨਾ ਵਰਤਣ ਨਾਲ ਗੁਰਬਾਣੀ ਵਿੱਚ ਵਰਤੇ ਸੰਕੇਤਾਂ ਨੂੰ ਪਾਠ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਪਾਠ ਵਿੱਚ ਵਿਰਾਮ ਦੇਣ ਦੀ ਲੋੜ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਸੀ। ਇਹ ਦੂਜੇ ਵਿਚਾਰ ਵਾਲੇ ਜਿਹੜੇ ਸੱਜਣ ਹਨ, ਉਹਨਾਂ ਦੇ ਇਸ ਤਰ੍ਹਾਂ ਦੇ ਵਿਚਾਰ ਹਨ ਕਿ ਪਾਠ ਪਹਿਲਾਂ ਕਿਵੇਂ ਹੁੰਦਾ ਸੀ। ਹੁਣ ਵਿਚਾਰ ਕਰਦੇ ਹਾਂ ਪਹਿਲੀ ਕਿਆਸ ਅਰਾਈ ਦੀ ਸਾਰਥਕਤਾ ਕਿੰਨੀ ਕੁ ਹੈ, ਕਿੰਨੀ ਕੁ ਇਹਦੇ ਵਿੱਚ ਸੱਚਾਈ ਹੈ, ਕਿੰਨੀ ਕੁ ਅਪਲਾਈ ਕੀਤੀ ਜਾ ਸਕਦੀ ਹੈ। ਊੜਾ ਭਾਗ ਸ਼ਾ, ਖਾ, ਗਾ, ਜ਼ਾ, ਫਾ ਅਤੇ ਅਧਿਕ ਆਦਿਕ ਦੀਆਂ ਧੁਨੀਆਂ। ਪਹਿਲੀ ਕਿਆਸ ਅਰਾਈ ਲਾਉਣ ਵਾਲੇ ਇਹ ਸੋਚ 'ਤੇ ਖੜ੍ਹੇ ਹਨ ਕਿ ਗੁਰਬਾਣੀ ਰਚਨ ਸਮੇਂ ਭਾਵ 12ਵੀਂ ਸਦੀ ਤੋਂ 17ਵੀਂ ਸਦੀ ਵਿੱਚ ਸ਼ਾ, ਜ਼ਾ, ਗਾ ਆਦਿਕ ਪੈਰ ਬਿੰਦੀ ਵਾਲੀਆਂ ਧੁਨੀਆਂ ਹੀ ਮੌਜੂਦ ਨਹੀਂ ਸਨ। ਇਹ ਜੋ ਪਹਿਲੀ ਕਿਆਸ ਰਾਈ ਵਾਲੇ ਹਨ ਉਹ ਇਸ ਤਰ੍ਹਾਂ ਸੋਚਦੇ ਹਨ, ਅਤੇ ਨਾ ਹੀ ਅਧਕ ਜਾਣੀ ਬਲ ਧੁਨੀ ਮੌਜੂਦ ਸੀ, ਕਿਉਂਕਿ ਇਹ ਚਿੰਨ੍ਹਾਂ ਦੇ ਰੂਪ ਵਿੱਚ ਜਦੋਂ ਗੁਰਬਾਣੀ ਵਿੱਚ ਨਹੀਂ ਲੱਭਦੀਆਂ ਤਾਂ ਉਦੋਂ ਇਸ ਤਰ੍ਹਾਂ ਦਾ ਉਹ ਸੋਚਦੇ ਹਨ, ਕਿਆਸ ਰਾਈ ਲਾਉਂਦੇ ਹਨ
ਕਿ ਇਹ ਧੁਨੀਆਂ ਉਦੋਂ ਨਹੀਂ ਸਨ। ਇਸੇ ਸੋਚ ਵਜੋਂ ਹੀ ਉਹ ਕਹਿੰਦੇ ਹਨ ਕਿ ਗੁਰਬਾਣੀ ਦਾ ਉਚਾਰਨ ਇਹਨਾਂ ਧੁਨੀਆਂ ਤੋਂ ਬਿਨਾਂ ਹੀ ਕਰਨਾ ਹੈ, ਭਾਵ ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਹੀ ਕਰਨਾ ਹੈ। ਉਹ ਇਸ ਵਿਧੀ ਨੂੰ ਹੀ ਮੂਲ ਪਾਠ ਮੰਨਦੇ ਹਨ। ਜਦੋਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਗੁਰਬਾਣੀ ਲੋਕ ਭਾਸ਼ਾ ਵਿੱਚ ਹੈ, ਤਾਂ ਫਿਰ ਲੋਕਾਂ ਵਿੱਚ ਤਾਂ ਇਹ ਧੁਨੀਆਂ ਉਸ ਸਮੇਂ ਪ੍ਰਚਲਿਤ ਸਨ। ਸਦੀਆਂ ਤੋਂ ਭਾਰਤ ਵਿੱਚ ਅਰਬੀ, ਫਾਰਸੀ, ਉਰਦੂ ਬੋਲਣ ਵਾਲੀਆਂ ਕੌਮਾਂ ਸਮੇਂ-ਸਮੇਂ ਰਾਜ ਕਰਦੀਆਂ ਰਹੀਆਂ ਸਨ, ਕਿਉਂਕਿ ਭਾਰਤ ਜਾਂ ਹਿੰਦੁਸਤਾਨ ਬਹੁਤ ਸਮਾਂ ਗੁਲਾਮ ਰਿਹਾ, ਜਿੱਥੇ ਬਾਹਰਲੀਆਂ ਕੌਮਾਂ ਜਿਨ੍ਹਾਂ ਦਾ ਬੇਸ ਅਰਬੀ, ਫਾਰਸੀ, ਉਰਦੂ ਸੀ, ਉਹ ਰਾਜ ਕਰਦੀਆਂ ਰਹੀਆਂ, ਜਿਨ੍ਹਾਂ ਦੀ ਸ਼ਬਦਾਵਲੀ ਆਮ ਲੋਕਾਂ ਵਿੱਚ ਵੀ ਪ੍ਰਚਲਿਤ ਹੋ ਚੁੱਕੀ ਸੀ, ਕਿਉਂਕਿ ਬਾਦਸ਼ਾਹਾਂ ਦੀ ਰਾਜਸੀ ਭਾਸ਼ਾ ਵਿੱਚ ਹੀ ਅਦਾਲਤਾਂ ਦਾ ਕੰਮਕਾਜ ਹੁੰਦਾ ਸੀ। ਉਹਨਾਂ ਦੀ ਜਿਹੜੀ ਭਾਸ਼ਾ ਸੀ ਉਹ ਸਟੇਟ ਲੈਂਗੁਏਜ ਹੁੰਦੀ ਸੀ ਉਸ ਵੇਲੇ, ਜਿੱਥੇ ਆਮ ਲੋਕਾਂ ਦਾ ਵਿਵਾਹ ਪੈਂਦਾ ਸੀ। ਅਤੇ ਭਾਰਤ ਆਜ਼ਾਦ ਹੋਣ ਤੋਂ ਬਾਅਦ, ਭਾਵ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਵੀ ਬਹੁਤਾ ਸਮਾਂ ਉਰਦੂ ਭਾਸ਼ਾ ਵਿੱਚ ਹੀ ਅਦਾਲਤਾਂ ਦਾ ਕੰਮ ਹੁੰਦਾ ਰਿਹਾ। ਇਹ ਆਪਾਂ ਸਾਰੇ ਜਾਣਦੇ ਹਾਂ। ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਲੋਕ ਉਸ ਸਮੇਂ ਰਾਜਸੀ ਸ਼ਬਦਾਵਲੀ ਬੋਲਣ ਅਤੇ ਸਿੱਖਣ ਤੋਂ ਕੋਰੇ ਨਹੀਂ ਰਹਿ ਸਕਦੇ ਸਨ, ਕਿਉਂਕਿ ਉਹਨਾਂ ਨੇ ਵੀ ਉਸ ਵੇਲੇ ਮੁਗਲਾਂ ਜਾਂ ਮੁਸਲਮਾਨਾਂ ਦੀ ਜਿਹੜੀ ਰਾਜਸੀ ਭਾਸ਼ਾ ਸੀ ਉਹ ਉਹਨਾਂ ਨੇ ਅਪਣਾ ਲਈ ਸੀ। ਉਹ ਬੋਲਦੇ ਸਨ ਜੋ ਸਰਕਾਰੀ ਨੌਕਰ ਸਨ। ਅੱਜ ਵੀ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਵਾਲੇ ਲੋਕ ਉੱਥੋਂ ਦੀ ਬੋਲੀ ਦੇ ਸ਼ਬਦ ਬੋਲਣੇ ਅਤੇ ਉਹਨਾਂ ਸ਼ਬਦਾਂ ਦੇ ਅਰਥ ਸਿੱਖ ਚੁੱਕੇ ਹਨ, ਭਾਵੇਂ ਉਹਨਾਂ ਨੇ ਉਹ ਬੋਲੀ ਕਿਸੇ ਸਕੂਲ ਵਿੱਚੋਂ ਪਹਿਲਾਂ ਸਿੱਖੀ ਵੀ ਨਾ ਹੋਵੇ। ਬਾਦਸ਼ਾਹਾਂ ਵੱਲੋਂ ਲਾਗੂ ਭਾਸ਼ਾਵਾਂ ਵਿੱਚੋਂ ਹੀ ਸੀਨ, ਸ਼ੀਨ, ਕਾਫ, ਕੁਆਫ, ਤੇ, ਤੋਏ ਆਦਿਕ ਦੋਹਰੀਆਂ ਆਵਾਜ਼ਾਂ ਵਾਲੇ 11 ਅੱਖਰ ਵੀ ਆਮ ਲੋਕਾਂ ਦੀ ਬੋਲੀ ਵਿੱਚੋਂ ਬਾਹਰ ਨਹੀਂ ਰਹਿ ਸਕਦੇ ਸਨ। ਇਹ 11 ਅੱਖਰ ਕਿਹੜੇ ਹਨ? ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਜੱਜਾ, ਤੱਤਾ ਅਤੇ ਫੱਫਾ। ਇਹ 11 ਅੱਖਰ ਹਨ ਜਿਨ੍ਹਾਂ ਦੀ ਦੋਹਰੀ ਧੁਨੀ ਹੈ। ਦੋਹਰੀ ਧੁਨੀ ਤੋਂ ਭਾਵ 2 ਊੜੇ, 2 ਐੜੇ, 2 ਈੜੀਆਂ, 2 ਸੱਸੇ ਆਦਿਕ। ਸੋ ਇੱਕ ਇਹਨਾਂ ਦੀ ਆਮ ਧੁਨੀ ਹੈ, ਦੂਜੀ ਉਹਨਾਂ ਦੀ ਪੈਰ ਬਿੰਦੀ ਵਾਲੀ ਜਾਂ ਵਿਸ਼ੇਸ਼ ਧੁਨੀ ਹੈ। ਇਹ ਸ਼ਬਦ ਸਾਨੂੰ 11 ਹੀ ਧੁਨੀਆਂ ਵਾਲੇ ਗੁਰਬਾਣੀ ਵਿੱਚ ਮਿਲਦੇ ਹਨ ਅਤੇ ਉਸ ਸਮੇਂ ਪ੍ਰਚਲਿਤ ਸਨ। ਰਾਜੇ ਨੂੰ ਲੋਕ ਬਾਦਸ਼ਾਹ ਕਹਿੰਦੇ ਸਨ, ਕਿਉਂਕਿ ਬਾਦਸ਼ਾਹ ਇਹ ਜਿਹੜਾ ਸ਼ਬਦ ਹੈ ਬੜਾ ਪ੍ਰਚਲਿਤ ਸੀ ਅਤੇ ਆਮ ਲੋਕਾਂ ਦੀ ਬੋਲੀ ਵਿੱਚੋਂ ਇਹ ਬਾਹਰ ਕਿਵੇਂ ਰਹਿ ਸਕਦਾ ਸੀ। ਆਮ ਲੋਕ ਬਾਦਸ਼ਾਹ ਨਹੀਂ ਬੋਲਦੇ ਸਨ, ਉਹ ਵੀ ਬਾਦਸ਼ਾਹ ਹੀ ਬੋਲਦੇ ਸਨ। ਸ਼ਿਕਾਰ ਨੂੰ, ਕਿਉਂਕਿ ਬਾਦਸ਼ਾਹ ਲੋਕ ਸ਼ਿਕਾਰ ਕਰਦੇ ਸਨ ਅਤੇ ਸ਼ਿਕਾਰ ਸ਼ਬਦ ਵੀ ਪ੍ਰਚਲਿਤ ਸੀ, ਲੋਕ ਵੀ ਇਸ ਨੂੰ ਸ਼ਿਕਾਰ ਬੋਲਦੇ ਸਨ। ਸ਼ੇਰ ਨੂੰ ਸ਼ੇਰ, ਸ਼ਾਹ ਨੂੰ ਸ਼ਾਹ ਬੋਲਦੇ ਸਨ, ਸੱਪ ਨੂੰ ਸੱਪ ਹੀ ਬੋਲਦੇ ਸਨ, ਨਾ ਕਿ ਬਾਦਸ਼ਾਹ, ਸ਼ਿਕਾਰ, ਸ਼ੇਰ, ਸਾਹ ਅਤੇ ਸੱਪ। ਸਦੀਆਂ ਪੁਰਾਣੀ ਸੰਸਕ੍ਰਿਤ ਭਾਸ਼ਾ ਵਿੱਚੋਂ ਵੀ 2 ਤਰ੍ਹਾਂ ਦੀ ਸ਼ਾਹ ਧੁਨੀ, ਜਿਵੇਂ ષਟਕੋਣ ਅਤੇ ਸ਼ੇਰ ਵਿੱਚ ਹੈ, ਆਮ ਲੋਕਾਂ ਦੀ ਬੋਲਚਾਲ ਵਿੱਚ ਆ ਚੁੱਕੀ ਸੀ। ਵਿਦੇਸ਼ੀ ਭਾਸ਼ਾਵਾਂ ਵਿੱਚੋਂ ਅੱਧਕ ਦੀ ਧੁਨੀ ਆਮ ਲੋਕਾਂ ਵਿੱਚ ਪ੍ਰਚਲਿਤ ਹੋ ਚੁੱਕੀ ਸੀ ਅਤੇ ਸੰਸਕ੍ਰਿਤ ਵਿੱਚ ਵੀ ਅੱਖਰ ਨੂੰ ਡੇਢਾ ਕਰਕੇ ਲਿਖਣ ਦੀ ਅੱਧਕ ਦੀ ਧੁਨੀ ਪ੍ਰਚਲਿਤ ਸੀ। ਜਿਵੇਂ ਬੱਚਾ ਪਾਉਣਾ ਹੋਵੇ ਤੇ ਇੱਕ ਬੱਬਾ ਪਾ ਕੇ ਅੱਧਾ ਚੱਚਾ, ਫਿਰ ਪੂਰਾ ਚੱਚਾ ਪਾ ਕੇ ਕੰਨਾ ਪਾਇਆ ਜਾਂਦਾ ਸੀ। ਬੱਚਾ ਅੱਜ ਕੱਲ੍ਹ ਵੀ ਇਸੇ ਤਰ੍ਹਾਂ ਪਾਇਆ ਜਾਂਦਾ ਹੈ। ਇਹ ਉਹਨਾਂ ਦੇ ਅੱਧਕ ਦੇ ਲਿਖਣ ਦਾ ਸਟਾਈਲ ਸੀ। ਲੋਕਾਂ ਦੀ ਭਾਸ਼ਾ ਵਿੱਚ ਲਿਖੀ ਗੁਰਬਾਣੀ ਵਿੱਚੋਂ ਇਹ ਧੁਨੀਆਂ ਕਿਵੇਂ ਕਿਸੇ ਤਰ੍ਹਾਂ ਵੀ ਬਾਹਰ ਨਹੀਂ ਕੱਢੀਆਂ ਜਾ ਸਕਦੀਆਂ। ਮੁੱਖ ਤੌਰ 'ਤੇ ਫਾਰਸੀ ਭਾਸ਼ਾ ਵਿੱਚ ਲਿਖਿਆ ਤਲੰਗ ਰਾਗ ਵਿੱਚ ਪਹਿਲੇ ਗੁਰੂ ਜੀ ਦਾ ਸ਼ਬਦ ਪੰਨਾ ਗੁਰੂ ਗ੍ਰੰਥ ਸਾਹਿਬ ਜੀ 721 ਫਾਰਸੀ ਦੀਆਂ ਧੁਨੀਆਂ ਤੋਂ ਸਖਣਾ ਬਣਾ ਕੇ ਨਹੀਂ ਲਿਖਿਆ ਗਿਆ ਸੀ, ਕਿਉਂਕਿ ਗੁਰੂ ਸਾਹਿਬ ਫਾਰਸੀ ਦੇ ਵਿਦਵਾਨ ਸਨ ਅਤੇ ਇਹਨਾਂ ਦੀਆਂ ਸਾਰੀਆਂ ਧੁਨੀਆਂ ਬੋਲਣੀਆਂ ਅਤੇ ਲਿਖਣੀਆਂ ਜਾਣਦੇ ਸਨ। ਫਾਰਸੀ ਭਾਸ਼ਾ ਦੀਆਂ ਉਹ ਫਾਰਸੀ ਦੇ ਕਿਸੇ ਵਿਦਵਾਨ ਨਾਲ ਫਾਰਸੀ ਬੋਲ ਕੇ ਸੰਵਾਦ ਰਚਾਉਂਦੇ ਸਨ, ਨਾ ਕਿ ਇਸ ਭਾਸ਼ਾ ਦੀਆਂ ਧੁਨੀਆਂ ਨੂੰ ਗਵਾ ਕੇ ਬੋਲਦੇ ਸਨ। ਪੰਜਾਬੀ ਭਾਸ਼ਾ ਕੋਲ ਜੇ ਇਹਨਾਂ ਧੁਨੀਆਂ ਲਈ ਉਦੋਂ ਚਿੰਨ੍ਹ ਉਪਲਬਧ ਨਹੀਂ ਸਨ, ਤਾਂ ਇਸ ਦਾ ਅਰਥ ਇਹ ਨਹੀਂ ਕਿ ਲੋਕ ਭਾਸ਼ਾ ਵਿੱਚ ਲਿਖੀ ਗੁਰਬਾਣੀ ਵਿੱਚ ਇਹਨਾਂ ਧੁਨੀਆਂ ਦੀ ਹੋਂਦ ਹੀ ਖਤਮ ਹੋ ਗਈ ਹੈ।
ਜ਼ਫਰਨਾਮਾ ਫਾਰਸੀ ਵਿੱਚ ਲਿਖਿਆ ਸੀ, ਜਿਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਣ ਸਮੇਂ ਫਾਰਸੀ ਦੀਆਂ ਧੁਨੀਆਂ ਨਹੀਂ ਲਿਖੀਆਂ ਜਾ ਸਕੀਆਂ, ਪੈਰ ਬਿੰਦੀਆਂ ਵਾਲੀਆਂ ਧੁਨੀਆਂ ਨਹੀਂ ਲਿਖੀਆਂ ਜਾ ਸਕੀਆਂ। ਕਿਉਂਕਿ ਦੋਹਰੇ ਅੱਖਰਾਂ ਦੀਆਂ ਜਿਹੜੀਆਂ ਇਹ 11 ਧੁਨੀਆਂ ਹਨ, ਇਹ ਪੰਜਾਬੀ ਕੋਲ ਉਸ ਵੇਲੇ ਇਹਨਾਂ ਦੇ ਕੋਈ ਚਿੰਨ੍ਹ ਨਹੀਂ ਸਨ, ਇਸ ਕਰਕੇ ਇਹ ਲਿਖੀਆਂ ਨਹੀਂ ਗਈਆਂ। ਇਸ ਦਾ ਅਰਥ ਇਹ ਨਹੀਂ ਕਿ ਜ਼ਫਰਨਾਮੇ ਨੂੰ ਫਾਰਸੀ ਦੀਆਂ ਧੁਨੀਆਂ ਤੋਂ ਬਿਨਾਂ ਹੀ ਪੜ੍ਹਿਆ ਜਾਂਦਾ ਸੀ। ਇਹਦਾ ਸਰੋਤ ਹੈ ਗੁਰਬਾਣੀ ਉਚਾਰਨ ਭਾਈ ਜੋਗਿੰਦਰ ਸਿੰਘ ਤਲਵਾੜਾ, ਉੱਥੇ ਉਹਨਾਂ ਨੇ ਇਹ ਲਿਖਿਆ ਹੋਇਆ। ਧੁਨੀਆਂ ਪਹਿਲਾਂ ਬਣਦੀਆਂ ਹਨ ਅਤੇ ਇਹਨਾਂ ਦੇ ਚਿੰਨ੍ਹ ਸਮੇਂ ਦੀ ਚਾਲ ਨਾਲ ਬਾਅਦ ਵਿੱਚ ਬਣਦੇ ਹਨ। ਜਿਵੇਂ ਕਾ ਇਹ ਧੁਨੀ ਹੈ, ਖਾ ਇਹ ਧੁਨੀ ਹੈ, ਤੇ ਇਹਨਾਂ ਧੁਨੀਆਂ ਨੂੰ ਪ੍ਰਗਟ ਕਰਨ ਵਾਸਤੇ ਚਿੰਨ੍ਹ ਜਿਹੜੇ ਆ, ਜਿਵੇਂ ਕੱਕਾ ਤੇ ਖੱਖਾ, ਇਹ ਚਿੰਨ੍ਹ ਹਨ, ਇਹ ਬਾਅਦ 'ਚ ਬਣਦੇ ਆ, ਧੁਨੀਆਂ ਪਹਿਲਾਂ ਬਣਦੀਆਂ ਹਨ। ਤੋ ਬੱਚਾ ਜਿਹੜਾ ਇਹ ਧੁਨੀਆਂ ਪਹਿਲਾਂ ਸਿੱਖ ਲੈਂਦਾ ਹੈ ਤੇ ਇਹਨਾਂ ਦੇ ਚਿੰਨ੍ਹ ਜਿਹੜੇ ਹੋਏ ਉਹ ਬਾਅਦ ਵਿੱਚ ਇਸ ਨੂੰ ਪਤਾ ਲੱਗਦੇ ਹਨ ਕਿ ਕਿਵੇਂ ਲਿਖਦੇ ਹਨ। ਜੋ ਆਧੁਨਿਕ ਸਿੱਖ ਵਿਦਵਾਨਾਂ ਨੇ ਯਤਨ ਕਰਕੇ ਕੁਝ ਕੁ ਬਣਾ ਲਏ ਹਨ ਇਹ ਚਿੰਨ੍ਹ। ਗੁਰਬਾਣੀ ਵਿੱਚ 47 ਅੱਖਰਾਂ ਦੀ ਵਰਤੋਂ ਹੈ। 35 ਅੱਖਰਾਂ ਤੋਂ ਬਿਨਾਂ 12 ਅੱਖਰ ਦੋਹਰੀ ਧੁਨੀ ਵਾਲੇ ਵੀ ਹਨ। ਇਹਨਾਂ ਵਿੱਚੋਂ 11 ਅੱਖਰ ਤਾਂ ਪਹਿਲਾਂ ਲਿਖੇ ਜਾ ਚੁੱਕੇ ਹਨ ਅਤੇ 12ਵਾਂ ਅੱਖਰ ਪੰਜਾਬੀ ਦਾ ਲੱਲਾ ਹੈ। ਜੋ ਲੱਲੇ ਪੈਰ ਬਿੰਦੀ ਵਾਲੀ ਧੁਨੀ ਵੀ ਰੱਖਦਾ ਹੈ, ਜਿਹਨੂੰ ਅਲਾ ਆਖਿਆ ਜਾਂਦਾ। ਇੱਕ ਲਾ, ਇੱਕ ਅਲਾ, ਜਿਵੇਂ ਗੋਲਾ ਤੇ ਗੋਲਾ, ਬੋਲਾ ਤੇ ਬੋਲਾ, ਇਹ ਦੋ ਧੁਨੀਆਂ ਲੱਲੇ ਦੀਆਂ ਵੱਖ-ਵੱਖ ਹਨ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲੱਲੇ ਪੈਰ ਬਿੰਦੀ ਵਾਲੀ ਧੁਨੀ ਸ਼ਾਮਲ ਹੈ। ਇਹਨਾਂ 12 ਚਿੰਨ੍ਹਾਂ ਵਿੱਚੋਂ 6 ਚਿੰਨ੍ਹ ਪੰਜਾਬੀ ਵਰਣਮਾਲਾ ਵਿੱਚ ਸ਼ਾਮਲ ਕੀਤੇ ਜਾ ਚੁੱਕੇ ਹਨ ਸਿੱਖ ਵਿਦਵਾਨਾਂ ਵੱਲੋਂ, ਅਤੇ ਬਾਕੀ 6 ਚਿੰਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਦੀ ਉਡੀਕ ਹੈ, ਤਾਂ ਜੋ ਗੁਰਬਾਣੀ ਵਿੱਚ ਲਿਖੇ ਸ਼ਬਦਾਂ ਜਿਵੇਂ ਆਸ਼ਕ, ਆਸ਼ਕੀ, ਇਸ਼ਕ, ਤਹਕੀਕ, ਉਮਰ ਆਦਿਕ ਵਿੱਚ ਵੀ ਇਹਨਾਂ ਧੁਨੀਆਂ ਦੀ ਲੋੜ ਵਿਦਿਆਰਥੀਆਂ ਅਤੇ ਆਮ ਪਾਠਕਾਂ ਨੂੰ ਲੱਗ ਸਕੇ ਕਿ ਗੁਰਬਾਣੀ ਵਿੱਚ ਆਸਕ ਨਹੀਂ ਲਿਖਿਆ ਹੋਇਆ, ਆਸ਼ਕ ਲਿਖਿਆ ਹੋਇਆ, ਆਸਕੀ ਨਹੀਂ ਲਿਖਿਆ ਹੋਇਆ, ਆਸ਼ਕੀ ਲਿਖਿਆ ਹੋਇਆ, ਇਸ਼ਕ ਨਹੀਂ ਲਿਖਿਆ ਹੋਇਆ, ਇਸ਼ਕ ਲਿਖਿਆ ਹੋਇਆ। ਤਾਂ ਇਹ ਧੁਨੀਆਂ ਜਿਹੜੀਆਂ ਇਹਨਾਂ ਦਾ ਪਤਾ ਲੱਗ ਸਕੇ। ਇਹ 6 ਧੁਨੀਆਂ ਜਿਹੜੀਆਂ ਰਹਿ ਗਈਆਂ ਹਨ ਪੰਜਾਬੀ ਵਰਣਮਾਲਾ ਵਿੱਚ ਸ਼ਾਮਲ ਕਰਨ ਤੋਂ, ਉਹ ਵੀ ਸ਼ਾਮਲ ਕਰਨ ਦੀ ਲੋੜ ਹੈ ਅਤੇ ਸਮੇਂ ਦੇ ਮੁਤਾਬਕ ਉਹ ਵੀ ਸ਼ਾਮਲ ਹੋ ਜਾਣਗੀਆਂ। ਐੜਾ ਭਾਗ। ਪਹਿਲੀ ਕਿਆਸ ਅਰਾਈ ਵਾਲਿਆਂ ਦੀ ਇਹ ਗੱਲ ਤਾਂ ਦਰੁਸਤ ਹੈ ਕਿ ਪੰਜਾਬੀ ਦੀ ਮੁਹਾਰਨੀ ਚੇਤੇ ਕਰਨ ਨਾਲ 10 ਸਵਰ ਧੁਨੀਆਂ ਨੂੰ ਨਿਸ਼ਚਿਤ ਧੁਨੀ ਅਨੁਸਾਰ ਬੋਲਣ ਦੀ ਜਾਂਚ ਆ ਸਕਦੀ ਹੈ। ਇਹ ਮੁਹਾਰਨੀ ਕਿਹੜੀ ਆ? ਐੜਾ ਮੁਕਤਾ, ਆ ਕੰਨਾ, ਈ ਸਿਹਾਰੀ, ਈ ਵਿਹਾਰੀ, ਇਹ ਜਿਹੜੀ ਆ ਇਸ ਤਰ੍ਹਾਂ ਦੀ ਮੁਹਾਰਨੀ ਹੈ ਪੰਜਾਬੀ ਦੇ ਵਿੱਚ। ਤਾਂ ਉਹਨੂੰ ਚੇਤੇ ਕਰਨ ਨਾਲ ਵਾਕਿਆ ਹੀ ਜਿਹੜੀਆਂ 10 ਸਵਰ ਧੁਨੀਆਂ ਹਨ, ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦਲੈਂਕੜ, ਲਾਮ, ਤਲਾਮ, ਹੂੜਾ, ਕਨੌੜਾ, ਇਹਨਾਂ ਨੂੰ ਸਹੀ ਤਰ੍ਹਾਂ ਬੋਲਣ ਦੀ ਜਾਂਚ ਆ ਜਾਂਦੀ ਹੈ ਮੁਹਾਰਨੀ ਸਿੱਖਣ ਨਾਲ, ਜਿਸ ਨਾਲ ਉਹ ਕਿਤੇ ਵੀ ਵਰਤੀ ਲਘੂ ਜਾਂ ਦੀਰਘ ਸਵਰ ਧੁਨੀ ਨੂੰ ਠੀਕ ਬੋਲਣ ਦੇ ਸਮਰੱਥ ਹੋ ਸਕਦੇ ਹਨ। ਲਘੂ ਸਵਰ ਧੁਨੀ ਹੁੰਦੀ ਹੈ ਜਿਸ ਨੂੰ ਇੱਕ ਮਾਤਰਾ ਲੱਗੇ, ਦੀਰਘ ਸਵਰ ਧੁਨੀ ਜਿਸ ਨੂੰ 2 ਮਾਤਰਾ ਦਾ ਸਮਾਂ ਲੱਗੇ, ਇਹ ਹੈ ਲਘੂ। ਤੇ ਜਿਵੇਂ ਸਿਹਾਰੀ ਹੈ, ਇਹਨੂੰ ਲਘੂ ਸਵਰ ਧੁਨੀ ਕਿਹਾ ਜਾਂਦਾ ਹੈ, ਵਿਹਾਰੀ ਨੂੰ ਦੀਰਘ। ਔਂਕੜ ਜਿਹੜਾ ਹੈ ਇਹ ਲਘੂ ਸਵਰ ਧੁਨੀ ਹੈ, ਜਿਹੜਾ ਦੁਲੈਂਕੜ ਹੈ ਇਹ ਦੀਰਘ ਸਵਰ ਧੁਨੀ ਹੈ। ਇਹ ਸੋਚ ਵਾਲਿਆਂ ਦੀ ਇਹ ਚਿੰਤਾ ਵੀ ਠੀਕ ਹੈ, ਜਿਹੜੀ ਪਹਿਲੀ ਕਿਆਸ ਰਾਈ ਵਾਲੇ ਆ ਉਹ ਵੀ ਚਿੰਤਾ ਕਰਦੇ ਆ ਕਿ ਗੁਰਬਾਣੀ ਨੂੰ ਰੋਮਨ ਵਿੱਚ ਲਿਖਣ ਸਮੇਂ ਬਹੁਤੇ ਲਿਖਾਰੀਆਂ ਵੱਲੋਂ ਬਹੁਤ ਸਾਰੀਆਂ ਧੁਨੀਆਂ ਦਾ ਤਿਆਗ ਕੀਤਾ ਜਾ ਰਿਹਾ ਹੈ, ਜੋ ਸ਼ਬਦ ਜੋੜਾਂ ਦੀ ਮੌਲਿਕਤਾ ਨੂੰ ਗਵਾ ਰਿਹਾ ਹੈ। ਇਹ ਗੱਲ ਪਹਿਲੀ ਰਾਈ ਕਿਆਸ ਰਾਈ ਵਾਲਿਆਂ ਦੀ ਇਹ ਦਰੁਸਤ ਹੈ। ਗੁਰਦੁਆਰਿਆਂ ਵਿੱਚ ਵਰਤਿਆ ਜਾਂਦਾ ਸੌਫਟਵੇਅਰ ਇਹਨਾਂ ਸਵਰ ਧੁਨੀਆਂ ਨੂੰ ਗਵਾ ਕੇ ਹੀ ਲਿਖੀ ਗੁਰਬਾਣੀ ਨੂੰ ਰੋਮਨ ਲਿਪੀ ਵਿੱਚ ਸਕਰੀਨ 'ਤੇ ਦਿਖਾ ਰਿਹਾ ਹੈ। ਹੁਣ ਅੱਗੇ ਚੱਲਦੇ ਹਾਂ। ਮੁਹਾਰਨੀ ਵਾਲਾ ਇਹ ਨੇਮ ਜੋ ਪਹਿਲੀ ਕਿਆਸ ਅਰਾਈ ਵਾਲਿਆਂ ਨੇ ਬਣਾਇਆ, ਇਹ ਕੀ ਹੈ? ਜਿਵੇਂ ਲਿਖਿਆ ਤਿਵੇਂ ਪੜ੍ਹੋ। ਤੋ ਇਹ ਨਿਯਮ ਬਣਾ ਕੇ ਹਰ ਥਾਂ ਨਹੀਂ ਵਰਤਿਆ ਜਾ ਸਕਦਾ, ਇਹਦੀ ਇੱਕ ਸ਼ਾਰਟ ਕਮਿੰਗ ਹੈ। ਗੁਰਬਾਣੀ ਵਿੱਚ ਅਨੇਕਾਂ ਦੁਮਾਤਰੇ ਅੱਖਰ ਹਨ, ਜਿਵੇਂ
ਤੱਤੇ ਨੂੰ ਔਂਕੜ ਵੀ ਆ, ਹੋੜਾ ਵੀ ਆ, ਗੱਗੇ ਨੂੰ ਔਂਕੜ ਵੀ ਆ, ਗੱਗੇ ਨੂੰ ਹੋੜਾ ਵੀ ਆ, ਗੋਬਿੰਦ, ਜਵਾਨੀ ਜੱਜੇ ਨੂੰ ਔਂਕੜੀ, ਜੱਜੇ ਨੂੰ ਹੋੜਾ ਵੀ ਆ। ਤੋ ਇਸ ਤਰ੍ਹਾਂ ਦੇ ਇਹ ਸ਼ਬਦ ਗੁਰਬਾਣੀ ਵਿੱਚ ਮਿਲਦੇ ਹਨ, ਜਿੱਥੇ ਇੱਕ ਇੱਕ ਅੱਖਰ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ। ਤੋ ਗੁਰਬਾਣੀ ਵਿੱਚ ਅਨੇਕਾਂ ਦੁਮਾਤਰੇ ਅੱਖਰ ਵੀ ਸ਼ਬਦਾਂ ਵਿੱਚ ਵਰਤੇ ਗਏ ਹਨ, ਅਤੇ ਜਿਵੇਂ ਇਹ ਲਿਖੇ ਹੋਏ ਹਨ ਉਵੇਂ ਹੀ ਇਹਨਾਂ ਦਾ ਉਚਾਰ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਪਹਿਲੀ ਕਿਆਸ ਰਾਈ ਵਾਲੇ ਕਹਿੰਦੇ ਹਨ ਕਿ ਜਿਵੇਂ ਲਿਖਿਆ ਹੈ ਬਾਣੀ ਵਿੱਚ, ਜਿਵੇਂ ਸ਼ਬਦ ਲਿਖੇ ਗਏ ਹਨ ਉਵੇਂ ਹੀ ਪੜ੍ਹੋ, ਪਰ ਇਹ ਨਿਯਮ ਇੱਥੇ ਲਾਗੂ ਨਹੀਂ ਹੁੰਦਾ, ਜਿੱਥੇ ਇੱਕ ਇੱਕ ਅੱਖਰ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ। ਪਾਠਕ ਨੂੰ ਦੋਹਾਂ ਵਿੱਚੋਂ ਕੇਵਲ ਇੱਕ ਮਾਤਰਾ ਹੀ ਬੋਲਣੀ ਪਵੇਗੀ, ਕਿਉਂਕਿ ਦੋਵੇਂ ਇਕੱਠੀਆਂ ਬੋਲਣੀਆਂ ਅਸੰਭਵ ਹਨ। ਕੋਈ ਨਹੀਂ ਬੋਲ ਸਕਦਾ ਦੋਵੇਂ ਇਕੱਠੀਆਂ ਮਾਤਰਾ, ਨਹੀਂ ਤਾਂ ਦੁਮਾਤਰੇ ਅੱਖਰ ਵਾਲੇ ਕਿਸੇ ਵੀ ਸ਼ਬਦ ਦਾ ਲਿਖੇ ਅਨੁਸਾਰ ਪਾਠ ਨਹੀਂ ਹੋ ਸਕਦਾ। ਕਾਵਿ ਤੋਲ ਵਾਲੀ ਮਾਤਰਾ ਬੋਲਣੀ ਤੇ ਦੂਸਰੀ ਜਿਹੜੀ ਅਸਲ ਵਾਲੀ ਮਾਤਰਾ ਹੈ ਉਹ ਉਚਾਰਨ ਵਿੱਚ ਛੱਡਣੀ ਹੈ, ਇਹਦਾ ਨਿਯਮ ਹੈ। ਤੋ ਅਜਿਹੇ ਸ਼ਬਦਾਂ ਦੀ ਸੂਚੀ ਜਿਹੜੀ ਹੈ ਉਹ ਇਸ ਤਰ੍ਹਾਂ ਇੱਥੇ ਦਿੱਤੀ ਗਈ ਹੈ। ਇਹਦੇ ਵਿੱਚ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਦੋ ਮਾਤਰਾ ਵਾਲੇ ਅੱਖਰ ਜਿਹੜੇ ਸ਼ਬਦਾਂ ਵਿੱਚ ਵਰਤੇ ਗਏ ਹਨ ਉਹਨਾਂ ਦੀ ਇਹ ਲਿਸਟ ਹੈ, ਤੇ ਇਹਨਾਂ ਨੂੰ ਜਿਵੇਂ ਲਿਖਿਆ ਹੋਇਆ ਉਵੇਂ ਨਹੀਂ ਬੋਲਿਆ ਜਾ ਸਕਦਾ। ਇਸ ਕਰਕੇ ਜਿਹੜੇ ਸੰਥਿਆ ਕਾਰਜਸ਼ਾਲਾ ਦਾ ਫੈਸਲਾ ਕਿ ਜਿਵੇਂ ਬਾਣੀ ਲਿਖੀ ਹੈ ਤਿਵੇਂ ਪੜ੍ਹੋ, ਉਹ ਘੱਟੋ ਘੱਟ ਇੱਥੇ ਤਾਂ ਲਾਗੂ ਨਹੀਂ ਹੁੰਦਾ, ਜਿੱਥੇ ਇੱਕ ਇੱਕ ਅੱਖਰ ਨੂੰ ਦੋ ਦੋ ਮਾਤਰਾ ਲੱਗੀਆਂ ਹੋਈਆਂ। ਇਹ ਜਿੱਦਾਂ ਲਿਖਿਆ ਉੱਦਾਂ ਬੋਲੇ ਨਹੀਂ ਜਾ ਸਕਦੇ, ਕੇਵਲ ਇੱਕੋ ਹੀ ਮਾਤਰਾ ਬੋਲਣੀ ਪਏਗੀ, ਦੂਜੀ ਹਰ ਹਾਲਤ ਵਿੱਚ ਛੱਡਣੀ ਪਏਗੀ, ਨਹੀਂ ਤਾਂ ਇਹਨਾਂ ਦਾ ਉਚਾਰਨ ਨਹੀਂ ਹੋ ਸਕਦਾ। ਇਹ ਸਾਰੇ ਜਿਹੜੇ ਸ਼ਬਦ ਹਨ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੰਨਾਵਾਰ ਦਿੱਤੇ ਹੋਏ ਹਨ। ਤੋ ਸਰੋਤੇ ਇਹਨਾਂ ਨੂੰ ਸਹਿਜੇ ਸਹਿਜੇ ਸਾਰੇ ਦੇਖ ਸਕਦੇ ਹਨ ਕਿ ਕਿਵੇਂ ਇਹ ਲਿਖੇ ਹਨ ਤੇ ਕਿਵੇਂ ਇਹਨਾਂ ਨੂੰ ਬੋਲਣਾ ਬਣਦਾ ਹੈ। ਜਿਵੇਂ ਇਹ ਸ਼ਬਦ ਹੈ ਇੱਥੇ 658 ਪੰਨੇ ਉੱਤੇ, ਭੱਬੇ ਨੂੰ ਔਂਕੜ ਵੀ ਹੈ, ਹੋੜਾ ਵੀ ਹੈ, ਗੱਗਾ ਵਾਵ ਨੂੰ ਤੁਲਾਵਾਂ। ਇਹ ਅਸਲ ਸ਼ਬਦ ਹੈ ਭੋਗਵੈ, ਪਰ ਇਹਨੂੰ ਪੜ੍ਹਨਾ ਹੈ ਭੁਗਵੈ, ਮਤਲਬ ਹੋੜਾ ਛੱਡਣਾ, ਔਂਕੜ ਪੜ੍ਹਨਾ ਹੈ। ਇਹਦਾ ਅਰਥ ਹੈ ਭੋਗਦਾ ਹੈ। ਸੋ ਜਿਹੜੀ ਉਚਾਰਨ ਵਾਲੀ ਮਾਤਰਾ ਗੁਰੂ ਪਾਤਸ਼ਾਹ ਨੇ ਲਾਈ ਹੈ ਉਹ ਬੋਲਣੀ ਹੈ, ਤੇ ਦੂਜੀ ਮਾਤਰਾ ਜਿਹੜੀ ਛੱਡਣੀ ਹੈ। ਇਹ ਇੱਥੇ ਨਿਯਮ ਕੰਮ ਕਰੂਗਾ। ਇਹ ਨਿਯਮ ਨਹੀਂ ਕੰਮ ਕਰੂਗਾ ਕਿ ਜਿਵੇਂ ਲਿਖੀ ਹੈ ਗੁਰਬਾਣੀ ਉੱਦਾਂ ਹੀ ਪੜ੍ਹੋ, ਇੱਥੇ ਨਿਯਮ ਲਾਗੂ ਨਹੀਂ ਹੁੰਦਾ। ਇਹ ਪਹਿਲੀ ਕਿਆਸ ਰਾਈ ਵਾਲੇ ਦੀ ਸੋਚ ਇੱਥੇ ਲੱਗਦੀ ਨਹੀਂ, ਢੁਕਵੀਂ ਨਹੀਂ। ਗੁਰਬਾਣੀ ਵਿੱਚ ਦਿੱਤੀਆਂ ਉਚਾਰਨ ਸੇਧਾਂ ਦਾ ਤਿਆਗ ਕਰਕੇ ਪਾਠ ਜਿਵੇਂ ਲਿਖਿਆ ਹੈ ਤਿਵੇਂ ਨਹੀਂ ਕੀਤਾ ਜਾ ਸਕਦਾ। ਸੋ ਇਹ ਸੀ ਪਹਿਲੀ ਕਿਆਸ ਰਾਈ ਵਾਲਿਆਂ ਦੀ ਜਿਹੜੀ ਸੋਚ ਹੈ, ਤੇ ਉਹਦੇ ਬਾਰੇ ਦੱਸਣ ਜੋ ਵਿਚਾਰ ਪ੍ਰਗਟ ਕੀਤੇ ਹਨ। ਹੁਣ ਆਪਾਂ ਲੈਂਦੇ ਹਾਂ ਦੂਜੀ ਕਿਆਸ ਰਾਈ ਦੀ ਸਾਰਥਕਤਾ ਕਿੰਨੀ ਕੁ ਹੈ। ਦੂਜੀ ਕਿਆਸ ਰਾਈ ਲਾਉਣ ਵਾਲੇ ਕਿ 12ਵੀਂ ਤੋਂ 17ਵੀਂ ਸਦੀ ਤੱਕ ਪਾਠ ਕਿਵੇਂ ਹੁੰਦਾ ਸੀ, ਇਹ ਦੂਜੀ ਕਿਆਸ ਰਾਈ ਵਾਲੇ ਜਿਹੜੇ ਸੋਚਦੇ ਹਨ ਜਿਵੇਂ ਸੋਚਦੇ ਹਨ ਉਹਦੇ ਵਿੱਚ ਕਿੰਨੀ ਕੁ ਰਿਐਲਿਟੀ ਹੈ, ਸਾਰਥਕਤਾ ਕਿੰਨੀ ਕੁ ਹੈ, ਇਹਦੇ ਬਾਰੇ ਵਿਚਾਰ ਕਰਦੇ ਹਾਂ। ਊੜਾ ਭਾਗ ਇਸ ਅਨੁਸਾਰ ਇਹ ਕਲੀਆਂ ਸਭ ਮਾਤਰਾ ਨੂੰ ਮੁਹਾਰਨੀ ਅਨੁਸਾਰ ਬੋਲਣ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਉਚਾਰਨ ਦਾ ਭਾਗ ਹੈ। ਸੋ ਦੂਜੀ ਸੋਚ ਵਾਲੇ ਮੰਨਦੇ ਹਨ ਕਿ ਕਲੀਆਂ ਮੁਹਾਰਨੀ ਮੁਤਾਬਕ ਮਾਤਰਾ ਦਾ ਉਚਾਰਨ ਕਰ ਲੈਣਾ ਹੀ ਕਾਫੀ ਨਹੀਂ, ਇਸ ਤੋਂ ਬਿਨਾਂ ਉਚਾਰਨ ਵਿੱਚ ਹੋਰ ਵੀ ਬਹੁਤ ਸਾਰੇ ਨੁਕਤੇ ਸ਼ਾਮਲ ਹਨ। ਪਹਿਲੀ ਕਿਆਸ ਰਾਈ ਜਿੱਥੇ ਉਚਾਰਨ ਸਿੱਧਾਂ ਨੂੰ ਮੂਲੋਂ ਹੀ ਰੱਦ ਕਰਦੀ ਹੈ, ਉੱਥੇ ਦੂਜੀ ਕਿਆਸ ਰਾਈ ਵਿੱਚ ਉਚਾਰਨ ਸਿੱਧਾਂ ਜ਼ਰੂਰੀ ਮੰਨੀਆਂ ਗਈਆਂ ਹਨ। ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਉਚਾਰਨ ਸਿੱਧਾਂ ਤੋਂ ਬਿਨਾਂ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ। ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਹਨ, ਜਿਵੇਂ ਊੜਾ 1 ਮੰਗਲਾਚਰਨ ਦੇ ਆਰੰਭ ਵਿੱਚ ਇਹ ਲਿਖਿਆ ਹੈ ਏਕਾ, ਊੜਾ ਖੁੱਲ੍ਹਾ, ਤੇ ਇਹਦੇ ਉੱਪਰ ਇੱਕ ਬਿੰਗੀ ਲਕੀਰ ਹੈ। ਹੁਣ ਜਿਹੜੀ ਪਟਿਆਲੇ ਵਿੱਚ ਕਾਰਜਸ਼ਾਲਾ ਸੰਥਿਆ ਕਾਰਜਸ਼ਾਲਾ ਹੋਈ ਹੈ, ਉਹਨਾਂ ਨੇ ਕਿਹਾ ਵੀ ਜਿਵੇਂ ਲਿਖਿਆ ਹੈ ਉਵੇਂ ਹੀ ਪੜ੍ਹੋ, ਆਪਣੇ ਕੋਲੋਂ ਕੁਝ ਨਾ ਜੋੜੋ। ਤੋ ਇੱਥੇ ਦੂਜੀ ਜਿਹੜੀ ਸੋਚ ਵਾਲੇ ਇਹ ਕਹਿੰਦੇ ਹਨ ਕਿ ਇਹ ਜਿਹੜਾ ਏਕਾ ਤੇ ਊੜਾ ਖੁੱਲ੍ਹਾ ਤੇ ਵਿੰਗੀ ਲਕੀਰ ਹੈ, ਇਹਨੂੰ ਕਿੱਦਾਂ ਪੜ੍ਹਨਾ, ਇਹ ਤਾਂ ਲਿਖਿਆ ਹੀ ਨਹੀਂ ਹੈ ਇੱਥੇ, ਇਹਨੂੰ ਫਿਰ ਕਿਵੇਂ ਪੜ੍ਹਿਆ ਜਾਏਗਾ ਜਿਵੇਂ ਲਿਖਿਆ ਹੋਇਆ। ਤੋ ਉਹਨਾਂ ਦੀ ਸੋਚ ਇੱਥੇ ਵੀ ਲਾਗੂ ਨਹੀਂ ਹੁੰਦੀ ਕਿ ਜਿਵੇਂ ਲਿਖਿਆ ਉਵੇਂ ਪੜ੍ਹੋ, ਤੇ ਜੇ ਉੱਦਾਂ ਹੀ ਪੜ੍ਹਨਾ ਹੈ ਇਹ ਬਣ ਜਾਏਗਾ
ਏਕਾ ਊੜਾ ਖੁੱਲਾ ਤੇ ਬਿੰਗੀ ਲਕੀਰ, ਇਹਦਾ ਪਾਠ ਬਣੇਗਾ। ਪਰ ਇਸ ਤਰ੍ਹਾਂ ਪਾਠ ਕੋਈ ਕਰਦਾ ਨਹੀਂ, ਕੋਈ ਨਹੀਂ ਪਾਠ ਇਸ ਤਰ੍ਹਾਂ ਕਰ ਰਿਹਾ, ਕਿਉਂਕਿ ਇਹ ਪਾਠ ਹੈ ਹੀ ਨਹੀਂ ਇਸ ਦਾ। ਤੇ ਇਸ ਕਰਕੇ ਇਹ ਕਾਰਜਸ਼ਾਲਾ ਦੀ ਸੋਚ ਇੱਥੇ ਲਾਗੂ ਨਹੀਂ ਹੁੰਦੀ ਕਿ ਜਿਵੇਂ ਲਿਖਿਆ ਉਵੇਂ ਪੜ੍ਹੋ। ਇਸ ਨੂੰ ਬੋਲਿਆ ਨਹੀਂ ਜਾ ਸਕਦਾ ਜਿਵੇਂ ਲਿਖਿਆ ਤਿਵੇਂ ਪੜ੍ਹੋ। ਏਕਾ ਨੂੰ ਪਹਿਲਾ ਏਕਾ ਜਾਂ ਇੱਕ ਬੋਲਣਾ ਹੈ। ਇਹ ਏਕਾ ਜਿਹੜਾ ਆ ਇਹ ਮੈਥਮੈਟਿਕਸ ਦਾ ਇੱਕ ਅੰਕ ਹੈ। ਇਹਨੂੰ ਪਹਿਲਾ ਕਹਿਣਾ ਆ, ਏਕਾ ਕਹਿਣਾ ਜਾਂ ਇੱਕ ਬੋਲਣਾ ਹੈ। ਇੱਥੋਂ ਕੁਛ ਨਹੀਂ ਪਤਾ ਲੱਗਦਾ ਲਿਖੇ ਹੋਏ ਤੋਂ। ਇਹ ਸਾਨੂੰ ਸੋਚਣਾ ਪਏਗਾ, ਇਹਦੀ ਉਚਾਰਨ ਸਿੱਧ ਲੈਣੀ ਪਏਗੀ। ਕਿੱਥੋਂ ਪਤਾ ਲੱਗੇਗਾ ਇਸ ਜਿਹੜਾ ਇੱਕ ਹੈ 1 ਲਿਖਿਆ, ਇਹਦਾ ਵਿਸਥਾਰ ਜਿਹੜਾ ਕਿੱਥੋਂ ਪਤਾ ਲੱਗੇਗਾ? ਇੱਕ ਬੋਲਣਾ ਹੈ ਜਾਂ ਇੱਕ ਬੋਲਣਾ ਹੈ, ਕੱਕੇ ਨੂੰ ਔਂਕੜ ਨਾਲ ਬੋਲਣਾ। ਜੇ ਇਹ ਇੱਕ ਹੈ ਤਾਂ ਇਸ ਦਾ ਓਕਾਰਾਂਤ ਵੀ, ਇਸ ਨੂੰ ਓਕਾਰਾਂਤ ਵੀ ਬੋਲਣਾ ਹੋਵੇਗਾ ਕਾਰਜਸ਼ਾਲਾ ਦੇ ਨਿਰਣੇ ਅਨੁਸਾਰ। ਸੋ ਇਸ ਏਕੇ ਤੋਂ ਅਗਲੇ ਸ਼ਬਦ ਵਿੱਚ ਊੜਾ ਖੁੱਲਾ ਬਿਨਾਂ ਨਾਸਕੀ ਧੁਨੀ ਤੋਂ ਲਿਖਿਆ ਹੋਇਆ, ਭਾਵ ਊੜਾ ਖੁੱਲਾ ਹੀ ਹੈ, ਇੱਥੇ ਕੋਈ ਬਿੰਦੀ ਨਹੀਂ ਲਾਈ ਹੋਈ, ਜਿਸ ਦਾ ਪਾਠ ਲਿਖੇ ਅਨੁਸਾਰ ਉਹ ਨਹੀਂ ਹੋ ਸਕਦਾ। ਤੋ ਕਾਰਜਸ਼ਾਲਾ ਕਹਿੰਦੀ ਹੈ ਜਿਵੇਂ ਲਿਖਿਆ ਉਵੇਂ ਪੜ੍ਹੋ। ਇੱਦਾਂ ਤੇ ਬਣ ਗਿਆ ਫਿਰ ਏਕਾ ਤੇ ਇਹ ਬਣ ਗਿਆ ਓ, ਪਰ ਉਹ ਕੋਈ ਪੜ੍ਹਦਾ ਨਹੀਂ, ਪੜ੍ਹਦੇ ਹੈ ਊ, ਬਿੰਦੀ ਲੱਗੀ ਵੀ ਨਹੀਂ ਇੱਥੇ। ਫਿਰ ਵੀ ਇਹ ਜਿਹੜੇ ਕਾਰਜਸ਼ਾਲਾ ਵਾਲੇ ਆ ਉਹ ਵੀ ਇਸ ਨੂੰ ਊ ਕਹਿੰਦੇ ਆ, ਉਹ ਵੀ ਇਸ ਨੂੰ ਉਹ ਨਹੀਂ ਕਹਿੰਦੇ ਹੋਣਗੇ, ਉਹ ਕਾਰ ਨਹੀਂ ਕਹਿੰਦੇ ਹੋਣਗੇ, ਉਹ ਤੇ ਬਿੰਗੀ ਲਕੀਰ ਨੇ ਕਹਿੰਦੇ ਹੋਣਗੇ। ਤਾਂ ਇੱਥੇ ਬਿੰਦੀ ਲੱਗੀ ਵੀ ਨਹੀਂ। ਤੇ ਇਹ ਹੁਣ ਬਿੰਦੀ ਬੋਲਣੀ ਇੱਥੇ ਜਾਂ ਨਹੀਂ ਬੋਲਣੀ, ਉਹ ਕਹਿੰਦੇ ਆ ਵੀ ਇੱਥੇ ਬੋਲਣ ਦੀ ਲੋੜ ਨਹੀਂ, ਕਿਉਂਕਿ ਇੱਥੇ ਲੱਗੀ ਹੋਈ ਨਹੀਂ। ਇਹ ਕਾਰਜਸ਼ਾਲਾ ਵਾਲੇ ਇਹ ਕਹਿੰਦੇ ਹਨ। ਪਰ ਇਸ ਦਾ ਉਚਾਰਨ ਜਿਹੜਾ ਇੱਦਾਂ ਬਣਦਾ ਨਹੀਂ, ਖਾਲੀ ਉਹ ਨਾਲ ਨਹੀਂ ਬਣਦਾ, ਇੱਥੇ ਨਾਸਕੀ ਧੁਨੀ ਬੋਲਣੀ ਪਏਗੀ। ਸੋ ਇਹ ਕਿਉਂ ਬੋਲਣੀ ਆ? ਇਹ ਸਾਨੂੰ ਉਚਾਰਨ ਸੇਧ ਜਿਹੜੀ ਆ ਗੁਰਬਾਣੀ ਵਿੱਚੋਂ ਮਿਲਦੀ ਹੈ, ਉੱਥੋਂ ਲੈ ਕੇ ਬਿੰਦੀ ਬੋਲੀ ਜਾਂਦੀ ਹੈ। ਤੋ ਜਿਵੇਂ ਲਿਖਿਆ ਉਵੇਂ ਇਸ ਨੂੰ ਬੋਲਿਆ ਨਹੀਂ ਜਾ ਸਕਦਾ। ਊੜਾ ਖੁੱਲਾ ਦੇ ਹੋੜੇ ਦੇ ਨਾਲ ਇੱਕ ਬਿੰਗੀ ਲਕੀਰ ਹੈ, ਜਿਸ ਦਾ ਉਚਾਰਨ ਵੀ ਜਿਵੇਂ ਲਿਖਿਆ ਹੈ ਉਸ ਤਰ੍ਹਾਂ ਨਹੀਂ ਹੋ ਸਕਦਾ। ਇਹਨੂੰ ਬਿੰਗੀ ਲਕੀਰ ਕਹਿਣਾ ਪਏਗਾ। ਫਿਰ ਜਿਵੇਂ ਲਿਖਿਆ ਹੋਇਆ ਉਹ ਤਾਂ ਬਿੰਗੀ ਲਕੀਰ ਹੈ। ਤੋ ਬਿੰਗੀ ਲਕੀਰ ਦਾ ਨਾਂ ਕੀ ਹੈ? ਇਹਦਾ ਨਾਮ ਵੀ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਆ। ਤੇ ਇਹ ਕਾਰਜਸ਼ਾਲਾ ਦੇ ਨਿਰਣੇ ਅਨੁਸਾਰ ਜਿਵੇਂ ਲਿਖਿਆ ਉਵੇਂ ਪੜ੍ਹੋ, ਉਹ ਵੀ ਇੱਥੇ ਲਾਗੂ ਨਹੀਂ ਹੁੰਦਾ, ਕਿਉਂਕਿ ਇਹ ਬਿੰਗੀ ਲਕੀਰ ਹੈ। ਇਸ ਬਿੰਗੀ ਲਕੀਰ ਨੂੰ ਕੀ ਬੋਲਣਾ ਹੈ, ਇਹ ਉਚਾਰਨ ਸੇਧ ਤਾਂ ਚਾਹੀਦੀ ਹੈ, ਜਦੋਂ ਕਿ ਕਾਰਜਸ਼ਾਲਾ ਕਹਿੰਦੀ ਹੈ ਕਿ ਕਿਸੇ ਉਚਾਰਨ ਸੇਧ ਦੀ ਲੋੜ ਨਹੀਂ ਹੈ, ਜਿਵੇਂ ਲਿਖਿਆ ਉਵੇਂ ਪੜ੍ਹੋ। ਜੇ ਏਕਾ ਊੜਾ ਖੁੱਲਾ ਤੇ ਕਾਰ ਦਾ ਲਿਖੇ ਅਨੁਸਾਰ ਉਚਾਰਨ ਹੀ ਨਹੀਂ ਹੋ ਸਕਦਾ, ਤਾਂ ਫਿਰ ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਕਿਵੇਂ ਪੜ੍ਹੀ ਜਾ ਸਕਦੀ ਹੈ? ਕਿਤਿਓਂ ਤਾਂ ਉਚਾਰਨ ਸੇਧ ਲੈਣੀ ਹੀ ਪਵੇਗੀ। ਗੁਰਬਾਣੀ ਵਿੱਚ ਓਅੰਕਾਰ ਬਾਣੀ ਤੋਂ ਮਿਲਦੀ ਉਚਾਰਨ ਸੇਧ ਅਨੁਸਾਰ ਊੜਾ ਖੁੱਲਾ ਨਾਲ ਬਿੰਦੀ ਅਤੇ ਵਿੰਗੀ ਲਕੀਰ ਨੂੰ ਕਾਰ ਬੋਲਣ ਦਾ ਪਤਾ ਲੱਗਦਾ ਹੈ, ਅਤੇ ਓਅੰਕਾਰ ਦੇ ਅਰਥ ਪਤਾ ਲੱਗਦੇ ਹਨ। ਵਿਆਕਰਨ ਅਨੁਸਾਰ ਇਹ ਜਿਹੜਾ ਏਕਾ ਹੈ, ਕਿਉਂਕਿ ਓਅੰਕਾਰ ਸ਼ਬਦ ਦਾ ਸੰਖਿਅਕ ਵਿਸ਼ੇਸ਼ਣ ਹੈ, ਤਾਂ ਹੀ ਇਸ ਨੂੰ ਇੱਕ ਪੜ੍ਹਿਆ ਜਾਂਦਾ ਹੈ। ਕਿਉਂਕਿ ਇਹ ਸੰਖਿਅਕ ਵਿਸ਼ੇਸ਼ਣ ਹੈ, ਤਾਂ ਹੀ ਇਸ ਨੂੰ ਇੱਕ ਕਿਹਾ ਜਾਂਦਾ ਹੈ, ਇਹਨੂੰ ਏਕਾ ਜਾਂ ਪਹਿਲਾ ਨਹੀਂ ਕਿਹਾ ਜਾਂਦਾ। ਅੱਗੇ ਚੱਲਦੇ ਹਾਂ ਊੜਾ ਨੰਬਰ 2 ਤੇ। ਗੁਰਬਾਣੀ ਵਿੱਚ ਅਨੇਕਾਂ ਥਾਵਾਂ 'ਤੇ ਕੇਵਲ ਇਕੱਲੇ ਅੱਖਰ ਹੀ ਲਿਖੇ ਮਿਲਦੇ ਹਨ, ਜਿਵੇਂ ਨੰਨਾ ਇਕੱਲਾ ਲਿਖਿਆ ਮਿਲਦਾ ਹੈ, ਤੱਤਾ ਇਕੱਲਾ ਲਿਖਿਆ ਮਿਲਦਾ ਹੈ। ਜੇ ਲਿਖੇ ਅਨੁਸਾਰ ਹੀ ਪੜ੍ਹਨਾ ਹੈ ਕਾਰਜਸ਼ਾਲਾ ਅਨੁਸਾਰ, ਤਾਂ ਇਹ ਅੱਖਰ ਬਣ ਗਿਆ ਨੰਨਾ ਤੇ ਤੱਤਾ। ਇੱਦਾਂ ਹੀ ਪੜ੍ਹੇ ਜਾਣਗੇ ਫਿਰ, ਨੰਨਾ ਤੱਤਾ, ਇਹਨਾਂ ਨਾਲ ਹੋਰ ਕੁਝ ਵੀ ਨਹੀਂ ਲੱਗਾ ਆ। ਤਾਂ ਕੀ ਇਹ ਸ਼ੁੱਧ ਪਾਠ ਮੰਨਿਆ ਜਾਵੇਗਾ? ਕੀ ਇਹਨਾਂ ਨੂੰ ਕੋਈ ਨੰਨਾ ਤੱਤਾ ਪੜ੍ਹੇਗਾ? ਤਾਂ ਇਹਨਾਂ ਨਾਲ ਹਲਕਾ ਜਿਹਾ ਸਾਨੂੰ ਜੋ ਕੰਨਾ ਹੈ ਉਹਦੀ ਧੁਨੀ ਜਿਹੜੀ ਹਲਕੀ ਜਿਹੀ ਆਵਾਜ਼ ਕੰਨੇ ਦੀ ਕੋਲੋਂ ਜੋੜਨੀ ਪਵੇਗੀ, ਤਾਂ ਹੀ ਇਹਨਾਂ ਦਾ ਉਚਾਰਨ ਬਣੇਗਾ। ਜਿਵੇਂ ਲਿਖਿਆ ਹੈ ਉਵੇਂ ਇਹਨਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ। ਊੜਾ 3। ਦੂਜੀ ਸੋਚ ਵਾਲੇ ਕਹਿੰਦੇ ਹਨ ਕਿ ਗੁਰਬਾਣੀ ਦੇ ਸਿਰਲੇਖਾਂ ਵਿੱਚ ਮਹੱਲੇ ਤੋਂ ਬਾਅਦ ਵੀ ਏਕਾ ਲਿਖਿਆ ਮਿਲਦਾ ਹੈ। ਜੇ ਏਕਾ ਇੱਕ ਦਾ ਸੂਚਕ ਹੈ, ਜਿਵੇਂ ਇੱਕ ਓਂਕਾਰ ਵਿੱਚ, ਤਾਂ ਮਹੱਲਾ ਏਕੇ ਨੂੰ ਮਹੱਲਾ ਇੱਕ ਕਿਉਂ ਨਹੀਂ ਬੋਲਿਆ ਜਾਂਦਾ? ਜੇ ਇੱਕ ਓਂਕਾਰ ਵਿੱਚ ਏਕੇ ਨੂੰ ਇੱਕ ਬੋਲਿਆ ਜਾਂਦਾ ਹੈ, ਤੇ ਇੱਥੇ ਵੀ ਉਹੀ ਏਕਾ ਹੈ, ਇਹਨੂੰ ਇੱਕ ਕਿਉਂ ਨਹੀਂ ਬੋਲਿਆ ਜਾਂਦਾ? ਇਸ ਨੂੰ ਮਹੱਲਾ ਪਹਿਲਾ ਕਿਉਂ ਬੋਲਿਆ ਜਾਂਦਾ ਹੈ?
ਇਹ ਵੀ ਲਿਖੇ ਅਨੁਸਾਰ ਏਕਾ ਬਣਦਾ ਹੈ, ਇੱਥੇ ਪਹਿਲਾਂ ਲਿਖਿਆ ਹੀ ਨਹੀਂ। ਤੋ ਉਹਨਾਂ ਦੀ ਕਾਰਜਸ਼ਾਲਾ ਦੀ ਸੋਚ ਇੱਥੇ ਵੀ ਜਿਹੜੀ ਹੈ ਲਾਗੂ ਨਹੀਂ ਹੁੰਦੀ। ਇਹ ਏਕ ਨੂੰ ਕੀ ਪੜ੍ਹਨਾ ਹੈ, ਸੋ ਏਕ ਨੂੰ ਜੋ ਪੜ੍ਹਨਾ ਹੈ ਉਹ ਸਾਨੂੰ ਗੁਰਬਾਣੀ ਵਿੱਚ ਲਿਖਿਆ ਮਿਲਦਾ ਆ, ਉੱਥੋਂ ਉਚਾਰਨ ਸੇਧ ਜਿਹੜੀ ਸਾਨੂੰ ਮਿਲਦੀ ਹੈ। ਸੋ ਕਿਤੋਂ ਤਾਂ ਉਚਾਰਨ ਸੇਧ ਜਿਹੜੀ ਹੈ ਲੈਣੀ ਪਵੇਗੀ ਕਿ ਇਹ ਜਿਹੜਾ ਮੁਹਾਲੇ ਤੋਂ ਬਾਅਦ ਏਕਾ ਹੈ ਇਹਨੂੰ ਕੀ ਪੜ੍ਹਨਾ ਹੈ, ਇੱਕ ਪੜ੍ਹਨਾ ਕਿ ਪਹਿਲਾ ਪੜ੍ਹਨਾ। ਤੋ ਕਾਰਜਸ਼ਾਲਾ ਦੇ ਕਿਤਾਬ 'ਤੇ ਜੋ ਕਾਰਜਸ਼ਾਲਾ ਦਾ ਕਿਤਾਬ 'ਚ ਛੋਟੀ ਜਿਹੀ ਪੁਸਤਕ ਹੈ ਇਹ ਛਪਿਆ, ਇਹਦੇ ਵਿੱਚ ਉਚਾਰਨ ਸੇਧਾਂ ਨੂੰ ਬੇਲੋੜਾ ਦਖਲ ਮੰਨਿਆ ਗਿਆ ਹੈ ਅਤੇ ਥਾਂ ਥਾਂ ਇਹਨਾਂ ਨੂੰ ਰੱਦ ਕੀਤਾ ਹੈ। ਉਚਾਰਨ ਸੇਧਾਂ ਇਹ ਬੇਲੋੜਾ ਦਖਲ ਨਹੀਂ, ਸਗੋਂ ਗੁਰੂ ਪਾਤਸ਼ਾਹ ਨੇ ਆਪ ਹੀ ਮਹੱਲਾ 1 ਨੂੰ ਮਹੱਲਾ ਏਕਾ ਤੋਂ ਪਾ ਕੇ ਪਹਿਲਾ, ਮਹੱਲਾ ਤੀਜਾ ਇਹਦੇ ਨਾਲ ਲਿਖਿਆ ਹੈ ਤੀਜਾ ਆਦਿਕ ਲਿਖ ਕੇ ਪਾਠ ਨੂੰ ਉਚਾਰਨ ਸੇਧ ਦਿੱਤੀ ਹੋਈ ਹੈ। ਉਚਾਰਨ ਸੇਧ ਬਹੁਤ ਜ਼ਰੂਰੀ ਹੈ। ਕਾਰਜਸ਼ਾਲਾ ਦੇ ਕਿਤਾਬਚੇ ਵਿੱਚ ਪੰਨਾ ਨੰਬਰ 25 5.1 ਅਤੇ ਪੰਨਾ ਨੰਬਰ 26 5.4 ਉੱਤੇ ਖੁਦ ਵੀ ਲਿਖਾਰੀ ਨੇ ਆਪਣੀ ਸੋਚ ਦੇ ਉਲਟ ਉਚਾਰਨ ਸਿੱਧਾਂ ਦਿੱਤੀਆਂ ਹੋਈਆਂ ਹਨ। ਤੋ ਜਿੱਥੇ ਕਾਰਜਸ਼ਾਲਾ ਨੇ ਉਚਾਰਨ ਸਿੱਧਾਂ ਨੂੰ ਰੱਦ ਕੀਤਾ, ਉੱਥੇ ਇੱਕ ਸੱਜਣ ਨੇ ਕਾਰਜਸ਼ਾਲਾ ਦੇ ਕਿਤਾਬਚੇ ਵਿੱਚ ਆਪ ਵੀ ਉਚਾਰਨ ਸਿੱਧਾਂ ਲਿਖੀਆਂ ਹੋਈਆਂ, ਤੋ ਆਪਣੀ ਸੋਚ ਦੇ ਉਲਟ ਕੰਮ ਕੀਤਾ ਹੋਇਆ। ਤੋ ਸਪਸ਼ਟ ਹੈ ਕਿ ਉਚਾਰਨ ਸਿੱਧਾਂ ਤੋਂ ਬਿਨਾਂ ਗੁਰਬਾਣੀ ਪੜ੍ਹੀ ਨਹੀਂ ਜਾ ਸਕਦੀ, ਜਿਵੇਂ ਲਿਖਿਆ ਉਵੇਂ ਪੜ੍ਹਿਆ ਨਹੀਂ ਜਾ ਸਕਦਾ। ਊੜਾਚਾਰ ਕਾਰਜਸ਼ਾਲਾ ਅਨੁਸਾਰ ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਜ਼ਰੂਰੀ ਹੈ ਤਾਂ ਮੰਮਾ 2 ਬਿੰਦੀਆਂ 1 ਦਾ ਪਾਠ ਕੀ ਬਣੇਗਾ? ਮੰਮਾ 2 ਬਿੰਦੀਆਂ 1 ਇਹੀ ਬਣੇਗਾ, ਕਿਉਂਕਿ ਲਿਖਿਆ ਹੀ ਇੱਦਾਂ ਆ, ਮੰਮਾ ਫਿਰ 2 ਬਿੰਦੀਆਂ ਪੇਕਾ। ਇਹਦਾ ਪਾਠ ਜਿਵੇਂ ਲਿਖਿਆ ਹੈ ਉਹ ਤਾਂ ਇਹੀ ਬਣਦਾ ਹੈ, ਮੰਮਾ ਏਕਾ 2 ਮੰਮਾ ਏਕਾ, ਮੰਮਾ 2 ਬਿੰਦੀਆਂ ਤੇ ਏਕਾ। ਹੁਣ ਕੀ ਇਸ ਤਰ੍ਹਾਂ ਪਾਠ ਜਿਹੜਾ ਸ਼ੁੱਧ ਬਣੇਗਾ? ਬਿਲਕੁਲ ਨਹੀਂ। ਉਚਾਰਨ ਸੇਧ ਤੋਂ ਹੀ ਜਿਗਿਆਸੂ ਨੂੰ ਪਤਾ ਲੱਗਦਾ ਹੈ ਕਿ 2 ਬਿੰਦੀਆਂ ਮਹੱਲਾ ਸ਼ਬਦ ਦਾ ਸੰਖੇਪ ਰੂਪ ਹੈ ਜੋ ਸ਼ਲੋਕਾਂ ਨੂੰ ਲਿਖਣ ਸਮੇਂ ਵਰਤਿਆ ਗਿਆ ਹੈ। ਇਹਨਾਂ ਨੂੰ 2 ਬਿੰਦੀਆਂ ਜਿਵੇਂ ਲਿਖਿਆ ਇੱਦਾਂ ਨਹੀਂ ਪੜ੍ਹਨਾ ਪਏਗਾ, ਇੱਥੇ ਨੂੰ ਪੂਰਾ ਮੰਮਾ 2 ਬਿੰਦੀ ਨੂੰ ਮਹੱਲਾ ਪੜ੍ਹਨਾ ਪਏਗਾ। ਜਿਵੇਂ ਲਿਖਿਆ ਉਵੇਂ ਪਾਠ ਇਹਦਾ ਨਹੀਂ ਹੋ ਸਕਦਾ। ਊੜਾ 5 ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਦਾ ਲਿਖੇ ਅਨੁਸਾਰ ਹੀ ਉਚਾਰਨ ਕਰਨਾ ਹੈ ਤਾਂ ਰੰਗਣ ਤੋਂ ਬਾਅਦ 2 ਬਿੰਦੀਆਂ ਵੀ ਆ। ਗੁਰੂ ਗ੍ਰੰਥ ਸਾਹਿਬ ਦਾ ਪੰਨਾ 1361 ਹੈ, ਉੱਥੇ ਸ਼ਬਦ ਲਿਖਿਆ ਹੈ ਰੰਗਣ 2 ਬਿੰਦੀਆਂ। ਇਹਦਾ ਉਚਾਰਨ ਫਿਰ ਰੰਗਣ 2 ਬਿੰਦੀਆਂ ਬਣਦਾ ਹੈ, ਕਿਉਂਕਿ ਜੇ ਲਿਖੇ ਅਨੁਸਾਰ ਹੀ ਬੋਲਣਾ ਹੈ ਤਾਂ ਉਹ ਰੰਗਣ 2 ਬਿੰਦੀਆਂ ਪਾਠ ਬਣੂਗਾ ਇਸਦਾ, ਪਰ ਇਹ ਪਾਠ ਹੈ ਨਹੀਂ। ਰੰਗਣ 2 ਬਿੰਦੀਆਂ ਪਾਠ ਕੋਈ ਕਰਦਾ ਵੀ ਨਹੀਂ, ਨਾ ਇਹਦਾ ਪਾਠ ਹੈ ਹੀ। ਤੋ ਇਹ ਕਾਰਜਸ਼ਾਲਾ ਦੀ ਸੋਚ ਕੇ ਜਿਵੇਂ ਲਿਖਿਆ ਤਿਵੇਂ ਪੜ੍ਹੋ, ਇੱਥੇ ਵੀ ਲਾਗੂ ਨਹੀਂ ਹੁੰਦੀ। ਕੀ ਅਜਿਹਾ ਉਚਾਰਨ ਰੰਗਣ 2 ਬਿੰਦੀਆਂ ਵਾਲਾ ਕੋਈ ਕਰੇਗਾ? ਬਿਲਕੁਲ ਨਹੀਂ। ਇੱਥੇ ਵਰਤੀਆਂ 2 ਬਿੰਦੀਆਂ ਜਿਹੜੀਆਂ ਸੰਸਕ੍ਰਿਤ ਸ਼ੈਲੀ ਵਿੱਚ ਵਿਸਰਗ ਦਾ ਸੂਚਕ ਹਨ, ਜੋ ਬੋਲਣ ਵਿੱਚ ਹਾਹਾ ਧੁਨੀ ਰੱਖਦੀਆਂ ਹਨ, ਜਿਸ ਨਾਲ ਰੰਗਣ 2 ਬਿੰਦੀਆਂ ਦਾ ਪਾਠ ਬਣੇਗਾ ਰੰਗਣਾ। ਤੋ ਇਸ ਤਰ੍ਹਾਂ ਦੇ 4 ਸ਼ਬਦ ਹਨ ਪੰਨਾ 1361 ਦੇ ਉੱਪਰ, ਰੰਗਣਾ ਉਹਨਾਂ ਵਿੱਚ ਇੱਕ ਸ਼ਬਦ ਹੈ। ਤੋ ਇਹ ਇੱਦਾਂ ਕਿਉਂ ਬੋਲਣਾ ਹੈ? ਇਸ ਦੀ ਉਚਾਰਨ ਸੇਧ ਵੀ ਗੁਰਬਾਣੀ ਵਿੱਚ ਲਿਖੇ ਅਜਿਹੇ ਸ਼ਬਦਾਂ ਤੋਂ ਮਿਲਦੀ ਹੈ। ਜਿਵੇਂ ਪੰਨਾ 1361 ਉੱਪਰ ਸ਼ਬਦ ਲਿਖੇ ਹੋਏ ਲੇਖਣਾ, ਕਰਮਣਾ, ਲੇਖਣਾ ਵੀ ਲਿਖਿਆ ਹੋਇਆ 1361 ਪੰਨਿਆਂ 'ਤੇ। ਲਿਖਣ ਤੋਂ ਬਾਅਦ 2 ਬਿੰਦੀਆਂ ਵੀ ਪਾਈਆਂ ਹੋਈਆਂ। ਤੋ ਲਿਖਣ ਤੋਂ ਬਾਅਦ 2 ਬਿੰਦੀਆਂ ਵੀ ਪਾਈਆਂ ਹੋਈਆਂ, ਲਿਖਣ ਤੋਂ ਬਾਅਦ ਹਾਹਾ ਵੀ ਪਾਇਆ ਹੋ ਗਿਆ, ਇਸੇ ਪੰਨੇ ਉੱਤੇ ਪਾਇਆ ਹੈ। ਤੋ ਇਸ ਤੋਂ ਪਤਾ ਲੱਗਦਾ ਹੈ ਕਿ ਲਿਖਣ 2 ਬਿੰਦੀਆਂ ਨੂੰ ਪੜ੍ਹਨਾ ਹੈ ਲੇਖਣਾ। ਤੋ ਇਸ ਕਰਕੇ ਲਿਖਣਾ, ਕਰਮਣਾ, ਜੀਣਾ, ਦਰਸ਼ਨਾ, ਸਮੂਹਣਾ, ਉਤਰਣਾ ਆਦਿਕ ਤੋਂ ਹੀ ਇਹ ਉਚਾਰਨ ਸੇਧ ਮਿਲਦੀ ਹੈ ਕਿ ਰੰਗਣ 2 ਬਿੰਦੀਆਂ ਨੂੰ ਰੰਗਣ 2 ਬਿੰਦੀਆਂ ਨਹੀਂ ਬੋਲਣਾ, ਰੰਗਣਾ ਬੋਲਣਾ ਹੈ। ਆਮ ਪਾਠਕ ਨੂੰ ਪਾਠ ਸੰਥਿਆ ਲੈਣ ਸਮੇਂ ਦਿੱਤੀ ਉਚਾਰਨ ਸੇਧ ਤੋਂ ਹੀ ਇਹ ਪਤਾ ਲੱਗਦਾ ਹੈ। ਰੰਗਣ 2 ਬਿੰਦੀਆਂ ਵਾਲੀਆਂ 2 ਬਿੰਦੀਆਂ ਜਿਹੜੀਆਂ ਹਨ ਉਹ ਮਹੱਲਾ ਤੋਂ ਬਾਅਦ 2 ਬਿੰਦੀਆਂ ਵਾਲੀਆਂ 2 ਬਿੰਦੀਆਂ ਤੋਂ ਅਲੱਗ ਅਰਥ ਵਾਲੀਆਂ ਹਨ। ਤੋ ਇੱਥੇ ਵੀ ਕਾਰਜਸ਼ਾਲਾ ਵੱਲੋਂ ਜਿਹੜੀ ਸੋਚ ਬਣਾਈ ਗਈ ਪਹਿਲੀ ਕਿਆਸ ਰਾਈ ਮੁਤਾਬਕ ਜਿਵੇਂ ਲਿਖਿਆ ਤਿਵੇਂ ਪੜ੍ਹੋ, ਉਹ ਇੱਥੇ ਵੀ ਲਾਗੂ ਨਹੀਂ ਹੁੰਦਾ ਫਾਰਮੂਲਾ ਹੈ ਰੰਗਣ 2 ਬਿੰਦੀਆਂ 'ਤੇ। ਊੜਾ ਨੰਬਰ 6 ਕਾਰਜਸ਼ਾਲਾ ਅਨੁਸਾਰ ਜੇ ਪਾਠ ਲਿਖੇ ਅਨੁਸਾਰ ਹੀ ਕਰਨਾ ਹੈ
ਤਾਂ ਗੁਰਬਾਣੀ ਵਿੱਚ ਲਿਖੇ ਸ਼ਬਦਾਂ ਜਿਵੇਂ ਗੁਰਬਾਣੀ 'ਚ ਲਿਖਿਆ ਹੈ ਕੁਤੇ, ਕੁਤੀ, ਕੁਤਿਆ, ਮੁਸਲਾ, ਉਚਕਾ, ਫਕਾ, ਛੁਟੀ, ਵਿਚਖਣ, ਸੁੱਚ ਜੀ, ਕੁਝ ਜੀ, ਕੀ ਇੱਦਾਂ ਪਾਠ ਚੱਲੇਗਾ? ਜਿਵੇਂ ਕਾਰਜਸ਼ਾਲਾ ਦੇ ਵਿਦਵਾਨਾਂ ਨੇ ਕਿਹਾ ਵੀ ਜਿਵੇਂ ਲਿਖਿਆ ਤਿਵੇਂ ਪੜ੍ਹੋ, ਕੀ ਇਹ ਜਿਹੜੇ ਸ਼ਬਦ ਹਨ ਇਹਨਾਂ ਨੂੰ ਇਵੇਂ ਪੜ੍ਹਿਆ ਜਾ ਸਕਦਾ? ਬਿਲਕੁਲ ਨਹੀਂ। ਕੁਚ ਜੀ, ਸੁੱਚ ਜੀ, ਇਹ ਕੋਈ ਪਾਠ ਨਹੀਂ ਬਣਦਾ ਇਹਨਾਂ ਦਾ। ਇਹਨਾਂ ਦਾ ਪਾਠ ਬਣਦਾ ਕੁਚੱਜੀ, ਸੁਚੱਜੀ। ਕੁਤੇ, ਕੁਤੀ ਨਹੀਂ ਪਾਠ ਬਣਦਾ, ਕੁੱਤੇ, ਕੁੱਤੀ ਪਾਠ ਬਣਦਾ। ਕੁਤਿਆ ਪਾਠ ਨਹੀਂ ਬਣਦਾ, ਕੁੱਤਿਆ ਬਣਦਾ ਹੈ। ਜਦੋਂ ਕੋਈ ਕਾਰਜਸ਼ਾਲਾ ਕਹਿੰਦੀ ਹੈ ਕਿ ਨਹੀਂ ਜੀ ਇਹ ਅਧਿਕ ਨਹੀਂ ਬੋਲਿਆ ਜਾ ਸਕਦਾ ਇੱਥੇ, ਕਿਉਂ? ਕਹਿੰਦੇ ਇੱਥੇ ਅਧਿਕ ਲੱਗਾ ਹੀ ਨਹੀਂ। ਇਹ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਭਾਵੇਂ ਅਧਿਕ ਲੱਗਾ ਨਹੀਂ, ਕਿਉਂਕਿ ਅਧਿਕ ਦਾ ਚਿੰਨ੍ਹ ਹੈ ਨਹੀਂ ਸੀ ਉਸ ਵੇਲੇ, ਪਰ ਅਧਿਕ ਦੀ ਧੁਨੀ ਤਾਂ ਚੱਲਦੀ ਸੀ। ਇਹਨਾਂ ਨੇ ਕਾਰਜਸ਼ਾਲਾ ਨੇ ਇਹ ਧੁਨੀਆਂ ਮਾਰ ਦਿੱਤੀਆਂ, ਅਧਿਕ ਦੀ ਧੁਨੀ ਮਾਰ ਦਿੱਤੀ, ਪੈਰ ਬਿੰਦੀਆਂ ਵਾਲੀਆਂ ਧੁਨੀਆਂ ਮਾਰ ਦਿੱਤੀਆਂ। ਆਖੇ ਉਸ ਵੇਲੇ ਇਹ ਹੈ ਹੀ ਨਹੀਂ ਸਨ, ਧੁਨੀਆਂ ਖਤਮ ਕਰਤੀਆਂ। ਪਰ ਪਿਆਰਿਓ, ਇਹ ਧੁਨੀਆਂ ਅੱਜ ਵੀ ਚੱਲਦੀਆਂ, ਖਤਮ ਨਹੀਂ ਹੋਈਆਂ। ਇਸ ਕਰਕੇ ਜਿਵੇਂ ਲਿਖਿਆ ਤਿਵੇਂ ਇਹਨਾਂ ਸ਼ਬਦਾਂ ਦਾ ਪਾਠ ਵੀ ਨਹੀਂ ਹੋ ਸਕਦਾ। ਉਚਕਾ ਨਹੀਂ ਪਾਠ, ਇਹ ਉਚੱਕਾ ਹੈ। ਫਕਾ ਪਾਠ ਨਹੀਂ ਹੈ, ਫੱਕਾ ਹੈ। ਛੁੱਟੀ ਪਾਠ ਨਹੀਂ ਹੈ, ਛੁੱਟੀ ਬਣੂਗਾ। ਵਿਚਖਣ ਪਾਠ ਨਹੀਂ, ਵਿਚੱਖਣ ਹੈ। ਸੁੱਚ ਜੀ ਪਾਠ ਨਹੀਂ, ਇਹ ਸੁਚੱਜੀ ਬਣੂਗਾ। ਕੁਚ ਜੀ ਪਾਠ ਨਹੀਂ, ਇਹ ਕੁਚੱਜੀ ਬਣੂਗਾ। ਬਿਰਕਤ ਨਹੀਂ, ਇਹ ਬਿਰਕਤ ਹੈ। ਦਵਟੀਆ ਨਹੀਂ, ਇਹ ਦਵਟੀਆ ਹੈ। ਉਵਟੀਆ ਨਹੀਂ, ਇਹ ਉਵਟੀਆ ਹੈ। ਫਰਕ ਨਹੀਂ, ਇਹ ਫਰਕ ਹੈ। ਸੁਕਾ ਨਹੀਂ, ਇਹ ਸੁੱਕਾ ਹੈ। ਧਕਾ ਨਹੀਂ, ਇਹ ਧੱਕਾ ਸ਼ਬਦ ਹੈ। ਸੁਕੈ ਨਹੀਂ, ਇਹ ਸੁੱਕਾ ਹੈ। ਇਸ ਤਰ੍ਹਾਂ ਛੁੱਟੂ, ਛੁੱਟਸੀ, ਛੁੱਟਾ, ਛੁੱਟੀ, ਛੁੱਟੇਗੀ, ਛੁੱਟੀਐ, ਛੁੱਟੇ, ਛੁੱਟੈ, ਛੁੱਟੋ, ਕੁੱਠੇ ਆਦਿਕ ਦਾ ਪਾਠ ਤਾਂ ਬਲ ਧੁਨੀ ਦੀ ਵਰਤੋਂ ਤੋਂ ਬਿਨਾਂ ਰਸਹੀਣ ਹੀ ਹੋਵੇਗਾ, ਕਿਉਂਕਿ ਇੱਥੇ ਅਧਿਕ ਦੀ ਧੁਨੀ ਦੀ ਵਰਤੋਂ ਸ਼ਬਦਾਂ ਵਿੱਚ ਮੌਜੂਦ ਹੈ। ਭਾਵੇਂ ਅਧਿਕ ਦਾ ਚਿੰਨ੍ਹ ਨਹੀਂ, ਕਿਉਂਕਿ ਇਹ ਅਧਿਕ ਦਾ ਚਿੰਨ੍ਹ ਉਦੋਂ ਬਣਿਆ ਨਹੀਂ ਸੀ, ਪਰ ਧੁਨੀਆਂ ਤਾਂ ਚੱਲਦੀਆਂ ਸਨ। ਸੋ ਇਹ ਧੁਨੀਆਂ ਜਿਹੜੀਆਂ ਅਧਿਕ ਵਾਲੀਆਂ ਹਨ, ਸੋ ਇਹ ਅਧਿਕ ਵਾਲੀ ਧੁਨੀ ਜਿਹੜੀ ਹੈ ਉਹ ਬਾਹਰ ਨਹੀਂ ਰੱਖੀ ਜਾ ਸਕਦੀ। ਅਤੇ ਇਹ ਧੁਨੀ ਬਾਣੀ ਰਚਨਾ ਸਮੇਂ ਬਾਕੀ ਪ੍ਰਚਲਿਤ ਭਾਸ਼ਾਵਾਂ ਵਿੱਚ ਚਿੰਨ੍ਹ ਦੇ ਰੂਪ ਵਿੱਚ ਪ੍ਰਚਲਿਤ ਵੀ ਸੀ। ਜਿਵੇਂ ਅਰਬੀ, ਫਾਰਸੀ, ਉਰਦੂ ਵਿੱਚ ਤਸ਼ਦੀਦ ਅਧਿਕ ਧੁਨੀ ਦਾ ਇਹ ਨਾਂ ਸੀ। ਤਸ਼ਦੀਦ ਜਿਵੇਂ ਨਿੱਕਾ ਜਿਹਾ ਡਬਲਯੂ ਹੁੰਦਾ, ਛੋਟਾ ਜਿਹਾ, ਉਸ ਤਰ੍ਹਾਂ ਦੀ ਹੁੰਦੀ ਹੈ। ਅਤੇ ਸੰਸਕ੍ਰਿਤ, ਹਿੰਦੀ ਵਿੱਚ ਡੇਢਾ ਅੱਖਰ ਲਿਖਣਾ, ਇਹ ਧੁਨੀਆਂ ਚੱਲਦੀਆਂ ਸਨ। ਅਤੇ ਕਾਰਜਸ਼ਾਲਾ ਵਾਲੇ ਵਿਦਵਾਨਾਂ ਨੇ ਇਹ ਧੁਨੀਆਂ ਨੂੰ ਮਾਰ ਹੀ ਦਿੱਤਾ ਹੈ ਕਿ ਇਹ ਧੁਨੀਆਂ ਉਸ ਵੇਲੇ ਪੰਜਾਬੀ 'ਚ ਹੈ ਹੀ ਨਹੀਂ ਸਨ, ਜਾਂ ਉਸ ਵੇਲੇ ਸਮਾਜ ਵਿੱਚ ਹੈ ਹੀ ਨਹੀਂ ਸਨ। ਸ਼ਬਦਾਂ ਦੀ ਤਾਸੀਰ ਉਹਨਾਂ ਦੇ ਉਚਾਰਨ ਵਿੱਚ ਹੀ ਲੁਕੀ ਹੁੰਦੀ ਹੈ। ਹੁਣ ਸ਼ਬਦ ਹੈ ਬਿੱਲੀ, ਇਹ ਬਿੱਲੀ ਕਹਿਣ ਨਾਲ ਹੀ ਸ਼ਬਦ ਦੀ ਤਾਸੀਰ ਪ੍ਰਗਟ ਹੁੰਦੀ ਹੈ ਕਿ ਇਹ ਬਿੱਲੀ ਵਾਸਤੇ ਹੈ। ਜੇ ਕੋਈ ਕਹੇ ਇਸ ਨੂੰ ਬਿੱਲੀ, ਬਿੱਲੀ, ਤਾਂ ਬਿੱਲੀ ਕਹਿਣ ਨਾਲ ਸ਼ਬਦ ਦੀ ਤਾਸੀਰ ਜਿਹੜੀ ਹੈ ਖਤਮ ਹੋ ਜਾਂਦੀ ਹੈ। ਇੱਦਾਂ ਸੱਪ, ਸੱਪ ਕਹਿਣ ਨਾਲ ਇਹ ਸੱਪ ਦੀ ਜਿਹੜੀ ਤਾਸੀਰ ਹੈ ਸ਼ਬਦ ਦੀ ਵੀ ਇਹ ਸੱਪ ਹੈ ਪ੍ਰਗਟ ਹੁੰਦੀ ਹੈ, ਸੱਪ ਕਹਿਣ ਨਾਲ ਨਹੀਂ। ਅੱਜ ਤੱਕ ਵੀ ਸਮਾਜ ਵਿੱਚ ਅਧਿਕ ਦੀ ਵਰਤੋਂ ਨਾਲ ਹੀ ਇਹਨਾਂ ਸ਼ਬਦਾਂ ਦਾ ਉਚਾਰਨ ਕੀਤਾ ਜਾ ਰਿਹਾ ਹੈ। ਜਿਵੇਂ ਕੁੱਤੇ, ਕੁੱਤੀ, ਕੁੱਤਿਆ, ਮੁਸੱਲਾ, ਉਚੱਕਾ, ਫੱਕਾ, ਛੁੱਟੀ, ਸਾਰਾ ਅਸੀਂ ਵਿਚਾਰ ਕਰ ਚੁੱਕੇ ਹਾਂ। ਬਿਨਾਂ ਅਧਿਕ ਦੀ ਧੁਨੀ ਤੋਂ ਇਹਨਾਂ ਸ਼ਬਦਾਂ ਦੇ ਬੋਲਣ ਵਿੱਚ ਬੇਲੋੜਾ ਐੜਾ ਧੁਨੀ ਦਾ ਲਮਕਾ ਸ਼ਾਮਲ ਹੋ ਜਾਵੇਗਾ, ਅਤੇ ਇਹ ਸ਼ਬਦ ਜੇ ਇੱਥੇ ਅਧਿਕ ਨਾ ਬੋਲਿਆ ਜਾਂ ਕੀ ਬਣ ਜਾਣਗੇ? ਕੁਤੀ, ਕੁਤੇ, ਕੁਤਿਆ, ਇਹ ਆਦਿਕ ਬਣ ਜਾਣਗੇ, ਜੋ ਬੋਲਣੇ ਬਿਲਕੁਲ ਭੈੜੇ ਲੱਗਣਗੇ ਅਤੇ ਉਚਾਰਨ ਰਸਹੀਣ ਹੋਵੇਗਾ। ਇਸ ਸੰਬੰਧੀ ਭਾਈ ਜੋਗਿੰਦਰ ਸਿੰਘ ਤਲਵਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਧ ਭਾਗ ਦੂਜਾ, ਜਿਹਦਾ ਨਾਂ ਹੈ ਗੁਰਬਾਣੀ ਉਚਾਰਨ, ਦੇ ਪੰਨਾ 77 ਉੱਤੇ ਅਧਿਕ ਜਾਂ ਬਲ ਧੁਨ ਦੀ ਮਹੱਤਤਾ ਬਾਰੇ ਲਿਖਦੇ ਹਨ। ਕੁਝ ਸ਼ਬਦ ਤਾਂ ਅਜਿਹੇ ਹਨ ਜਿਨ੍ਹਾਂ ਦਾ ਨਿਸ਼ਚਿਤ ਅੱਖਰ ਦੀ ਧੁਨੀ ਨੂੰ ਦੁੱਤ ਕੀਤੇ ਬਿਨਾਂ ਉਚਾਰਨ ਬੇਸੁਆਦਾ ਅਤੇ ਨਿਰਾਰਥਕ ਬਣਦਾ ਹੈ, ਪਰ ਕਈਆਂ ਦੇ ਅਰਥ ਭਾਵ ਵਿੱਚ ਵੀ ਫਰਕ ਆ ਜਾਂਦਾ ਹੈ, ਅਰਥ ਹੀ ਬਦਲ ਜਾਂਦੇ ਹਨ। ਅੱਗੇ ਚੱਲਦੇ ਹਾਂ। ਊੜਾ ਨੰਬਰ 7। ਗੁਰਬਾਣੀ ਵਿੱਚ ਬਿੰਦੀ ਟਿੱਪੀ ਨਾਸਕੀ ਧੁਨੀ ਦੀ ਵਰਤੋਂ ਪੁਰਾਤਨ ਹੈ, ਜਿਸ ਤੋਂ ਖੋਜ ਕਰਕੇ ਸਿੱਖ ਵਿਦਵਾਨਾਂ ਨੇ ਉਚਾਰਨ ਸੇਧ ਬਣਾਈ ਹੈ। ਇਹ ਨਾਸਕੀ ਧੁਨੀ ਹਰ ਥਾਂ ਨਹੀਂ ਵਰਤੀ ਗਈ ਤੇ ਸੰਕੇਤਕ ਹੈ।
ਜਿਵੇਂ ਮਹਲਾ ਤੀਜਾ ਤੇ ਤੀਜਾ। ਮਹਲਾ ਤੋਂ ਬਾਅਦ 3 ਹੈ, 3 ਤੋਂ ਬਾਅਦ ਤੀਜਾ। ਇਹ ਸੰਕੇਤਕ ਹੈ, ਹਰ ਥਾਂ ਨਹੀਂ ਲਿਖਿਆ ਹੋਇਆ। ਮਹਲਾ ਤੀਜਾ ਦੇ ਬਹੁਤ ਸਾਰੇ ਸ਼ਬਦ ਹਨ, ਇੱਕੋ ਹੀ ਸ਼ਬਦ ਨਹੀਂ ਹੈ, ਬਹੁਤ ਸਾਰੇ ਸ਼ਬਦ ਹਨ ਅਤੇ ਸਾਰੇ ਸ਼ਬਦਾਂ ਨਾਲ ਇਹ ਤੀਜਾ ਜਿਹੜਾ ਤੱਤੇ ਨੂੰ ਵਿਹਾਰੀ ਪਾ ਕੇ ਨਹੀਂ ਲਿਖਿਆ ਆ। ਇਹ ਸਿਰਫ ਸਾਨੂੰ ਇੱਕ ਦੋ ਥਾਵਾਂ 'ਤੇ ਸੰਕੇਤ ਦਿੱਤਾ ਆ ਕਿ ਪਿਆਰਿਓ ਇਹ ਮਹਲਾ 3 ਨਹੀਂ ਪੜ੍ਹਨਾ, ਨੂੰ ਤੀਜਾ ਕਹਿਣਾ ਹੈ। ਸੰਕੇਤ ਹਰ ਥਾਂ ਨਹੀਂ ਹੁੰਦਾ, ਸੰਕੇਤ ਕੇਵਲ ਸੰਕੇਤ ਮਾਤਰ ਹੀ ਹੁੰਦਾ ਹੈ ਅਤੇ ਹਰ ਥਾਂ ਇਸ ਦੀ ਵਰਤੋਂ ਜਿਹੜੀ ਨਹੀਂ ਹੈ। ਸੰਕੇਤ ਤੋਂ ਹੀ ਸੇਧ ਲੈ ਕੇ ਬਾਕੀ ਥਾਵਾਂ 'ਤੇ ਮਹਲਾ 3 ਨੂੰ ਮਹਲਾ ਤੀਜਾ ਬੋਲਿਆ ਜਾਂਦਾ ਹੈ। ਗੁਰਬਾਣੀ ਵਿੱਚ ਗੱਗਾ ਲੱਲੇ ਨੂੰ ਵਿਹਾਰੀ ਗਲੀ, ਇਸ ਸ਼ਬਦ ਨੂੰ 3 ਅਰਥਾਂ ਵਿੱਚ ਵਰਤਿਆ ਗਿਆ ਹੈ। ਪਹਿਲਾ ਗੱਲੀ, ਪਹਿਲਾ ਉਚਾਰਨ ਇਹਦਾ ਬਣਦਾ ਗੱਲੀ, ਜਿਹਦਾ ਅਰਥ ਹੈ ਗੱਲਾਂ ਨਾਲ, ਪਰ ਕਾਰਜਸ਼ਾਲਾ ਵਾਲੇ ਕਹਿੰਦੇ ਨੇ ਗੱਲੀ ਨਹੀਂ ਪੜ੍ਹਨਾ, ਇਹਨੂੰ ਗਲੀ ਕਹਿਣਾ ਹੈ। ਦੂਜਾ ਅਰਥ ਦਾ ਬਣਦਾ ਹੈ ਗਲੀ, ਗਲੀ ਮੈਨੇ ਗਲਾਂ ਵਿੱਚ, ਗਲੀ ਜਿਨ੍ਹਾਂ ਜਪ ਮਾਲੀਆਂ, ਗਲੀ ਤੋ, ਪਰ ਕਾਰਜਸ਼ਾਲਾ ਵਾਲੇ ਕਹਿੰਦੇ ਨੇ ਗਲੀ ਨਹੀਂ ਪੜ੍ਹਨਾ, ਇਹਨੂੰ ਗਲੀ ਕਹਿਣਾ ਹੈ। ਇਹਦਾ ਅਰਥ ਹੈ ਗਲਾਂ ਵਿੱਚ। ਤੀਜਾ ਉਚਾਰਨ ਜਿਹੜਾ ਹੈ ਜਾਂ ਅਰਥ ਇਹ ਸ਼ਬਦ ਦਾ ਹੈ ਗਲੀ। ਗਲੀ ਦਾ ਮਤਲਬ ਵੀਥੀ ਜਾਂ ਵੀਹੀ, ਜਿਹਨੂੰ ਵਿਹੀਣ ਵੀ ਕਹਿੰਦੇ ਆ, ਗਲੀ ਰਸਤਾ। ਅਤੇ ਕਾਰਜਸ਼ਾਲਾ ਵਾਲੇ ਕਹਿੰਦੇ ਨੇ ਜੀ ਇਹ ਵੀ ਗਲੀ ਕਹਿਣਾ ਹੈ। ਤੋ ਗੱਲੀ ਵੀ ਨਹੀਂ ਬੋਲਣਾ, ਗਲੀ ਵੀ ਨਹੀਂ ਬੋਲਣਾ, ਗਲੀ ਵੀ ਨਹੀਂ, ਕੀ ਸਾਰਿਆਂ ਨੂੰ ਕਹਿਣਾ? ਸਾਰਿਆਂ ਨੂੰ ਕਹਿਣਾ ਗਲੀ। ਕੀ ਇਹ ਜੱਜਦਾ ਹੈ? ਕੀ ਇਹ ਸ਼ੁੱਧ ਉਚਾਰਨ ਦਾ ਇਹ ਨਮੂਨਾ ਹੈ? ਕੀ ਤਿੰਨੇ ਥਾਵਾਂ 'ਤੇ ਗਲੀ ਪਾਠ ਕਰਨ ਨਾਲ ਸ਼ਬਦਾਂ ਦੀ ਵੱਖ-ਵੱਖ ਤਾਸੀਰ ਪ੍ਰਗਟ ਹੋ ਸਕਦੀ ਹੈ? ਤਾਸੀਰ ਦਾ ਮਤਲਬ ਜੋ ਸ਼ਬਦਾਂ ਵਿੱਚ ਲੁਕਿਆ ਹੋਇਆ ਅਰਥ ਹੈ ਉਹ ਪ੍ਰਗਟ ਹੋ ਸਕਦਾ? ਬਿਲਕੁਲ ਨਹੀਂ। ਹੁਣ ਗਲੀ ਸ਼ਬਦ ਦੀ ਵਰਤੋਂ ਦੀਆਂ ਕੁਝ ਉਦਾਹਰਨਾਂ ਵੀ ਇੱਥੇ ਦਿੱਤੀਆਂ ਗਈਆਂ ਹਨ। ਪਹਿਲਾ ਹੈ, ਇੱਕ ਨਾ ਗਲੀ ਜੰਜ਼ੀਰ ਬੰਦ ਰਵਾਣੀਐ, ਬੰਦ ਰਵਾਣੀਐ। ਪੰਨਾ ਗੁਰੂ ਗ੍ਰੰਥ ਸਾਹਿਬ 1287 ਹੈ। ਇੱਥੇ ਲੱਲੇ ਨੂੰ ਬਿੰਦੀ ਲੱਗੀ ਹੈ, ਪਾਈ ਹੋਈ ਹੈ। ਦੂਜੀ ਉਦਾਹਰਨ ਹੈ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ। ਪੰਨਾ ਗੁਰੂ ਗ੍ਰੰਥ ਸਾਹਿਬ 476 ਹੈ। ਇੱਥੇ ਲੱਲੇ ਨੂੰ ਵਿਆਰੀ ਹੈ ਪਰ ਬਿੰਦੀ ਨਹੀਂ। ਪਹਿਲੀ ਉਦਾਹਰਨ ਵਿੱਚ ਲੱਲੇ ਨੂੰ ਵਿਆਰੀ ਬਿੰਦੀ ਵੀ ਹੈ, ਦੂਜੇ ਵਿੱਚ ਬਿੰਦੀ ਨਹੀਂ, ਪਰ ਦੋਹਾਂ ਦਾ ਅਰਥ ਜਿਹੜਾ ਆ ਉਹ ਸੇਮ ਹੈ। ਪਹਿਲੇ ਵਿੱਚ ਵੀ ਹੈ ਗਲੀ ਮੈਨੇ ਗਲਾਂ ਵਿੱਚ, ਦੂਜੀ ਉਦਾਹਰਨ ਵਿੱਚ ਵੀ ਗਲੀ ਦਾ ਮਤਲਬ ਹੈ ਗਲਾਂ ਵਿੱਚ। ਜੇ ਅਰਥ ਗਲਾਂ ਵਿੱਚ ਹੈ ਅਤੇ ਬਿੰਦੀ ਵੀ ਲੱਗੀ ਹੈ ਇੱਕ ਉਦਾਹਰਨ ਵਿੱਚ, ਤਾਂ ਦੂਜੀ ਉਦਾਹਰਨ ਵਿੱਚ ਬਿੰਦੀ ਕਿਉਂ ਨਹੀਂ ਬੋਲੀ ਜਾ ਸਕਦੀ? ਜੇ ਪਹਿਲੀ ਉਦਾਹਰਨ 'ਚ ਲੱਗੀ ਵੀ ਆ, ਇੱਥੋਂ ਸਾਨੂੰ ਸੇਧ ਮਿਲਦੀ ਹੈ ਕਿ ਜੇ ਅਰਥ ਗਲੀ ਆ ਤਾਂ ਲੱਲੇ ਨੂੰ ਬਿੰਦੀ ਬੋਲੋ ਕਿਉਂਕਿ ਲੱਗੀ ਵੀ ਹੈ। ਪਰ ਕਾਰਜਸ਼ਾਲਾ ਵਾਲੇ ਕਹਿੰਦੇ ਨਹੀਂ ਜੀ, ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਤੁਸੀਂ ਬਿਲਕੁਲ ਨਹੀਂ ਬੋਲਣੀ, ਚਾਹੇ ਅਰਥ ਜੋ ਮਰਜ਼ੀ ਹੋਵੇ। ਅਰਥ ਕਹਿੰਦੇ ਬਾਅਦ ਦੀ ਗੱਲ ਹੈ ਅਤੇ ਬੋਲਣਾ ਕਹਿੰਦੇ ਪਹਿਲੀ ਗੱਲ ਹੈ। ਹਾਲਾਂਕਿ ਬੋਲਣ ਵਿੱਚੋਂ ਹੀ ਅਰਥ ਨਿਕਲਣੇ ਹਨ। ਨੰਬਰ 3, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਇੱਥੇ ਗੱਗੇ ਦੇ ਉੱਤੇ ਬਿੰਦੀ ਪਾਈ ਹੋਈ ਆ ਅਤੇ ਇਹਦਾ ਪਾਠ ਜਿਹੜਾ ਆਮ ਹੁੰਦਾ ਹੈ ਉਹ ਗੱਲੀ ਹੈ। ਸਾਰੇ ਲੋਕ ਇਹਨੂੰ ਗੱਲੀ ਕਹਿੰਦੇ ਹਨ, ਅੱਧ ਕੀ ਬੋਲਦੇ ਹਨ ਅਤੇ ਬਿੰਦੀ ਲੱਗੀ ਵੀ ਆ, ਬਿੰਦੀ ਬੋਲਦੇ ਹਨ। ਇਹ ਪੰਨਾ ਗੁਰੂ ਗ੍ਰੰਥ ਸਾਹਿਬ ਦਾ 85 ਹੈ। ਚੌਥੀ ਉਦਾਹਰਨ ਜਿਹੜੀ ਹੈ ਉਹ ਹੈ ਗੱਲੀ ਜੋਗ ਨਾ ਹੋਈ, ਪੰਨਾ 730। ਇੱਥੇ ਸ਼ਬਦ ਲਿਖਿਆ ਹੈ ਗੱਲੀ ਦਾ ਅਰਥ ਹੈ ਗੱਲੀ, ਅਤੇ ਜਿਨ੍ਹਾਂ ਨੇ ਰਿਕਾਰਡ ਕੀਤਾ ਕੀਰਤਨ ਉਹ ਵੀ ਕਹਿੰਦੇ ਹਨ ਗੱਲੀ ਜੋਗ ਨਾ ਹੋਈ। ਗੱਲੀ ਕਿਉਂ ਬੋਲਦੇ ਹਨ? ਕਿਉਂਕਿ ਗੱਲੀ ਸ਼ਬਦ ਜਿਹੜਾ ਸਾਨੂੰ ਲਿਖਿਆ ਮਿਲਦਾ ਬਿੰਦੀ ਨਾਲ ਲਿਖਿਆ ਮਿਲਦਾ ਹੈ। ਉੱਥੋਂ ਉਚਾਰਨ ਸੇਧ ਲੈ ਕੇ ਚੌਥੀ ਉਦਾਹਰਨ ਵਿੱਚ ਵੀ ਗੱਲੀ ਜੋਗ ਨਾ ਹੋਏ ਵਿੱਚ ਬਿੰਦੀ ਬੋਲੀ ਜਾਂਦੀ ਹੈ ਔਰ ਬੋਲੀ ਜਾਣੀ ਚਾਹੀਦੀ ਹੈ। ਜਦੋਂ ਕੋਈ ਕਾਰਜਸ਼ਾਲਾ ਵਾਲੇ ਕਹਿੰਦੇ ਹਨ ਕਿ ਨਹੀਂ ਜੀ ਇੱਥੇ ਤੁਸੀਂ ਬਿੰਦੀ ਨਹੀਂ ਬੋਲਣੀ, ਗੱਲੀ ਜੋਗ ਨਾ ਹੋਈ ਨਹੀਂ ਕਹਿਣਾ, ਇੱਥੇ ਕਹਿਣਾ ਗੱਲੀ, ਗਲੀ, ਅਧਿਕ ਵੀ ਨਹੀਂ ਬੋਲਣਾ, ਗਲੀ, ਗਲੀ ਜੋਗ ਨਾ ਹੋਈ। ਕੀ ਇਹ ਉਚਾਰਨ ਜਿਹੜਾ ਹੈ ਸ਼ੁੱਧ ਹੋਏਗਾ? ਇਹ ਪਾਠਕਾਂ ਦੇ ਸਾਹਮਣੇ ਆ, ਇਹ ਸਰੋਤਿਆਂ ਦੇ ਸਾਹਮਣੇ ਆ, ਉਹ ਸੋਚਣ ਕਿ ਕਾਰਜਸ਼ਾਲਾ ਦੇ ਫੈਸਲੇ ਕਿੰਨੇ ਲਾਗੂ ਹੋ ਸਕਦੇ ਹਨ, ਕਿੰਨੇ ਨਹੀਂ। ਪੰਜਵੀਂ ਉਦਾਹਰਨ ਵਿੱਚ ਵੀ ਸ਼ਬਦ ਹੈ ਜਿਹਦਾ ਅਰਥ ਹੈ ਗੱਲੀ, ਬਿੰਦੀ ਨਹੀਂ ਲੱਗੀ। ਗੱਲੀ ਪੇਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਗੁਰੂ ਗ੍ਰੰਥ ਸਾਹਿਬ ਪੰਨਾ 141 ਉੱਪਰ ਹੈ। ਸੋ ਇਹ ਗੱਲੀ ਵਾਲੀਆਂ 3 ਉਦਾਹਰਨਾਂ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਗੱਗੇ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਅਤੇ ਦੂਜੀਆਂ 2 ਉਦਾਹਰਨਾਂ ਵਿੱਚ ਬਿੰਦੀ ਨਹੀਂ ਲੱਗੀ ਹੋਈ।
ਤੋ ਜਿੱਥੇ ਬਿੰਦੀ ਲੱਗੀ ਹੋਈ ਹੈ ਉੱਥੋਂ ਉਚਾਰਨ ਸੇਧ ਲੈ ਕੇ ਦੂਜੀਆਂ ਉਦਾਹਰਨਾਂ ਵਿੱਚ ਵੀ ਬਿੰਦੀ ਬੋਲਣੀ ਬਣਦੀ ਹੈ, ਕਿਉਂਕਿ ਅਰਥ ਸੇਮ ਹੈ, ਅਰਥ ਉਹੀ ਹੈ ਗੱਲਾਂ ਨਾਲ। ਇਹ ਹੈ ਦੂਜੀ ਸੋਚ ਵਾਲੇ ਜਿਹੜੇ ਹਨ ਉਹਨਾਂ ਦਾ ਇਹ ਤਰਕ ਹੈ ਕਿ ਬਿੰਦੀ ਬੋਲਣੀ ਹੈ, ਇਹ ਵਿਆਕਰਨਕ ਬਿੰਦੀ ਹੈ, ਔਰ ਇਹਦੀ ਸੇਧ ਬੋਲਣੀ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ, ਬਾਹਰੋਂ ਨਹੀਂ ਮਿਲਦੀ। ਹੁਣ ਵਿਚਾਰ ਜਿਹੜੀ ਹੈ ਆਪਾਂ ਇਹ ਸਾਰੀ ਇੱਥੇ ਲਗਭਗ ਕਰ ਚੁੱਕੇ ਹਾਂ, ਅਤੇ ਅੱਗੇ ਚੱਲਦੇ ਹਾਂ ਆਪਾਂ। ਸ਼ਬਦ ਹੈ ਗੱਗਾ ਲੱਲੇ ਨੂੰ ਕੰਨਾ, ਗੱਗਾ ਲੱਲੇ ਨੂੰ ਕੰਨਾ। ਇਹਦੀ ਵਰਤੋਂ ਦੇਖੋ, 3 ਉਦਾਹਰਨ ਦਿੱਤੀਆਂ ਹਨ। ਪਹਿਲਾਂ ਇਹਨੂੰ ਪੜ੍ਹਿਆ ਜਾਂਦਾ ਹਮ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਪੰਨਾ 474 ਹੈ। ਇਹ ਸਾਰੇ ਹੀ ਰਾਗੀ ਇਸ ਨੂੰ ਗੱਲਾਂ ਪੜ੍ਹਦੇ ਹਨ, ਕਿਉਂਕਿ ਇਹ ਆਸਾ ਕੀ ਵਾਰ ਦੇ ਵਿੱਚ ਹੈ, ਗੱਲਾਂ ਪੜ੍ਹਦੇ ਹਨ। ਇੱਥੇ ਨਾ ਗੱਗੇ ਤੇ ਅਧਿਕ ਹੈ, ਨਾ ਗੱਗੇ ਦੇ ਉੱਤੇ ਇੱਥੇ ਬਿੰਦੀ ਹੈ, ਫਿਰ ਵੀ ਗੱਲਾਂ ਪੜ੍ਹਿਆ ਜਾਂਦਾ, ਜੋ ਠੀਕ ਪੜ੍ਹਿਆ ਜਾਂਦਾ। ਕਿਉਂ ਪੜ੍ਹਿਆ ਜਾਂਦਾ? ਅੱਗੇ ਦੇਖੀ ਦੂਜੀ ਉਦਾਹਰਨ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ, ਪੰਨਾ ਗੁਰੂ ਗ੍ਰੰਥ ਸਾਹਿਬ 16 ਹੈ। ਇੱਥੇ ਗੱਲਾਂ ਸ਼ਬਦ ਜਿਹੜਾ ਲੱਲੇ ਦੇ ਕੰਨੇ ਤੇ ਬਿੰਦੀ ਲੱਗੀ ਹੋਈ ਹੈ, ਇਸ ਕਰਕੇ ਇਹਨੂੰ ਗੱਲਾਂ ਲੋਕ ਇਹ ਸ਼ਬਦ ਗੱਲਾਂ ਬਣ ਕੇ ਬਿੰਦੀ ਲੱਗੀ ਹੋਈ ਹੈ। ਅਤੇ ਜੇ ਇਹ ਗੱਲਾਂ ਬਿੰਦੀ ਲੱਗੀ ਵਾਲਾ ਸ਼ਬਦ ਗੱਲਾਂ ਆ, ਤਾਂ ਪਹਿਲੀ ਉਦਾਹਰਨ ਵਿੱਚ ਬਿੰਦੀ ਨਹੀਂ ਲੱਗੀ ਲੱਲੇ ਉੱਤੇ, ਉੱਥੇ ਬਿੰਦੀ ਕਿਉਂ ਨਹੀਂ ਪੜ੍ਹੀ ਜਾ ਸਕਦੀ? ਉਹਦਾ ਅਰਥ ਵੀ ਗੱਲਾਂ ਆ, ਗੱਲਾਂ ਕਰੇ ਘਨੇਰੀਆਂ। ਤੋ ਇਹ ਸਾਨੂੰ ਜੋ ਉਚਾਰਨ ਸਿੱਧਾਂ ਆ ਗੁਰਬਾਣੀ ਦੇ ਵਿੱਚੋਂ ਮਿਲਦੀਆਂ। ਜਦੋਂ ਕਿ ਕਾਰਜਸ਼ਾਲਾ ਜਿਹੜੀ ਸੰਥਿਆ ਕਾਰਜਸ਼ਾਲਾ ਹੋਈ ਪਟਿਆਲੇ ਵਿੱਚ, ਉਹ ਕਹਿੰਦੇ ਹਨ ਬਿਲਕੁਲ ਨਹੀਂ ਤੁਸੀਂ ਆਪਣੇ ਕੋਲੋਂ ਬਿੰਦੀ ਬੋਲਣੀ, ਜਿੱਦਾਂ ਲਿਖਿਆ ਉੱਦਾਂ ਪੜ੍ਹਨਾ ਹੈ, ਅਤੇ ਉਚਾਰਨ ਸੇਧ ਨਹੀਂ ਲੈਣੀ। ਇਹ ਭੋਲਿਓ, ਇਹ ਤਾਂ ਗੁਰਬਾਣੀ ਵਿੱਚੋਂ ਉਚਾਰਨ ਸੇਧ ਮਿਲਦੀ ਹੈ। ਇਹ ਗੁਰਬਾਣੀ ਦੀਆਂ ਉਚਾਰਨ ਸਿੱਧਾਂ ਜਿਹੜੀਆਂ ਇਹ ਵੀ ਰੱਦ ਕੀਤੀਆਂ ਵੀ ਉਚਾਰਨ ਸੇਧ ਜਿਹੜੀ ਆ ਇਹ ਫਜ਼ੂਲ ਹੈ, ਇਹ ਵਿਅਰਥ ਹੈ, ਇਹ ਵਾਧੂ ਦਖਲ ਹੈ। ਹਾਲਾਂਕਿ ਗੁਰਬਾਣੀ ਵਿੱਚੋਂ ਹੀ ਇਹ ਉਚਾਰਨ ਸਿੱਧਾਂ ਮਿਲਦੀਆਂ, ਅਤੇ ਵਿਦਵਾਨਾਂ ਨੇ ਇਹਨਾਂ ਨੂੰ ਸਾਨੂੰ ਲਿਖ ਕੇ ਸਾਨੂੰ ਦੱਸਿਆ ਹੈ ਕਿ ਆਹ ਉਚਾਰਨ ਸਿੱਧਾਂ ਹਨ। ਤੀਜੀ ਉਦਾਹਰਨ, ਗੱਲਾਂ ਵਾਲੇ ਹੈਨ ਘਨੇਰੇ ਛੱਡ ਨਾ ਸਕੇ ਕੋਈ, ਪੰਨਾ ਗੁਰੂ ਗ੍ਰੰਥ ਸਾਹਿਬ 1286 ਹੈ। ਇੱਥੇ ਸ਼ਬਦ ਵਿੱਚ ਵੀ ਲੱਲੇ ਨੂੰ ਕੰਨਾਂ ਤੇ ਬਿੰਦੀ ਨਹੀਂ ਲੱਗੀ ਹੋਈ। ਤੋ 3 ਉਦਾਹਰਨਾਂ ਵਿੱਚ ਇੱਕ ਉਦਾਹਰਨ ਵਿੱਚ ਅਸੀਂ ਦੇਖਿਆ ਕਿ ਲੱਲੇ ਨੂੰ ਕੰਨਾਂ ਉੱਤੇ ਬਿੰਦੀ ਲੱਗੀ ਹੋਈ ਹੈ, ਅਤੇ ਇਹ ਬਣ ਗਿਆ ਗੱਲਾਂ। ਤੋ ਇਸੇ ਸ਼ਬਦ ਦੇ ਅਰਥ 2 ਹੋਰ ਉਦਾਹਰਨਾਂ ਵਿੱਚ ਵੀ ਆ, ਉੱਥੇ ਵੀ ਇਹ ਸ਼ਬਦ ਗੱਲਾਂ ਹੀ ਆ। ਅਤੇ ਜੇ ਇੱਕ ਉਦਾਹਰਨ ਵਿੱਚ ਬਿੰਦੀ ਲੱਗੀ ਹੋਈ ਹੈ ਗੱਲਾਂ ਵਿੱਚ ਲੱਲੇ ਦੇ ਉੱਤੇ, ਅਤੇ ਦੂਜੀਆਂ ਵਿੱਚ ਕਿਉਂ ਨਹੀਂ ਬੋਲੀ ਜਾ ਸਕਦੀ ਜਿਹਨਾਂ ਦਾ ਅਰਥ ਸੇਮ ਹੈ, ਗੱਲਾਂ? ਤੋ ਇੱਥੇ ਜੋ ਕਾਰਜਸ਼ਾਲਾ ਦੀ ਸੋਚ ਹੈ ਉਹ ਵੀ ਇੱਥੇ ਲਾਗੂ ਨਹੀਂ ਹੁੰਦੀ, ਕਿਉਂਕਿ ਇੱਥੇ ਸ਼ਬਦਾਂ ਦਾ ਉਚਾਰਨ ਜਿਹੜਾ ਹੈ ਇਹ ਉਚਾਰਨ ਸੇਧ ਤੋਂ ਬਿਨਾਂ ਨਹੀਂ ਬਣ ਸਕਦਾ। ਗੱਲਾਂ ਨੂੰ ਕੋਈ ਗਲਾ ਪੜ੍ਹੀ ਜਾਵੇ, ਗਲਾ ਕਰੇ ਘਨੇਰੀਆਂ, ਗਲਾ ਵਾਲੇ ਹੈਣ ਘਨੇਰੇ, ਇਹ ਕੋਈ ਪਾਠ ਨਹੀਂ ਬਣਦਾ ਜਿਹਦਾ ਅਰਥ ਗੱਲਾਂ ਆ। ਅਤੇ ਸ਼ਬਦ ਗੱਲਾਂ ਕਿਉਂ ਨਹੀਂ ਹੈ ਜਦੋਂ ਕਿ ਬਿੰਦੀ ਲੱਲੇ ਨੂੰ ਲੱਗੀ ਹੋਈ ਹੈ। ਤੋ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਗੇ ਚੱਲਦੇ ਹਾਂ। ਦੇਂਦੇ ਲੈਂਦੇ ਦੇਂਦਾ ਦੇਦਾ ਸ਼ਬਦਾਂ ਦੀ ਵਰਤੋਂ ਦੇਖੋ। ਹੁਣ ਪਹਿਲੀ ਉਦਾਹਰਨ, ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਪੰਨਾ 1286 ਹੈ। ਇੱਥੇ ਬਿੰਦੀਆਂ ਲੱਗੀ ਹੋਈਆਂ। ਪਿਆਰੇ ਸਰੋਤਿਓ, ਦੇਂਦੇ ਇੱਥੇ ਬਿੰਦੀ ਲੱਗੀ ਹੋਈ ਹੈ, ਲੈਂਦੇ ਬਿੰਦੀ ਲੱਗੀ ਹੋਈ ਹੈ। ਦੂਜੀ ਉਦਾਹਰਨ, ਇਹ ਬਿੰਦੀਆਂ ਤੋਂ ਬਿਨਾਂ ਆ, ਦੇਦਾ ਦੇ ਲੈਦੇ ਥੱਕ ਪਾਏ। ਇੱਥੇ ਪਹਿਲੀ ਉਦਾਹਰਨ ਵਾਲੇ ਹੀ ਅਰਥ ਹਨ, ਅਤੇ ਇੱਥੇ ਬਿੰਦੀਆਂ ਨਹੀਂ ਲੱਗੀਆਂ ਹੋਈਆਂ, ਅਤੇ ਪਹਿਲੀ ਉਦਾਹਰਨ ਵਿੱਚ ਬਿੰਦੀਆਂ ਲੱਗੀਆਂ ਹੋਈਆਂ। ਜੇ ਪਹਿਲੀ ਉਦਾਹਰਨ ਵਿੱਚ ਦੇਂਦਾ ਅਤੇ ਲੈਂਦਾ ਆ, ਅਤੇ ਇੱਥੇ ਕਿਉਂ ਨਹੀਂ ਅਸੀਂ ਦੇਂਦਾ ਲੈਂਦਾ ਪੜ੍ਹ ਸਕਦੇ? ਇੱਥੇ ਹੀ ਪੜ੍ਹ ਸਕਦੇ ਕਿਉਂਕਿ ਅਰਥ ਉਹੀ ਹੈ। ਤੋ ਇੱਥੋਂ ਬਣਗਾ ਦੇਂਦਾ ਦੇ ਲੈਂਦੇ ਥੱਕ ਪਾਏ। ਇਹ ਜਪਜੀ ਵਿੱਚ ਹੈ, ਅਤੇ ਸਾਰੇ ਪਾਠ ਕਰਨ ਵਾਲੇ ਇਹਨੂੰ ਦੇਂਦਾ ਦੇ ਲੈਂਦੇ ਕਰਕੇ ਪੜ੍ਹਦੇ ਹਨ। ਉਹ ਠੀਕ ਹੈ, ਕਿਉਂਕਿ ਸਾਨੂੰ ਉਚਾਰਨ ਸੇਧ ਜਿਹੜੀ ਹੈ ਇਹ ਪਹਿਲੀ ਉਦਾਹਰਨ ਵਿੱਚ ਮਿਲ ਜਾਂਦੀ ਹੈ, ਕਿਉਂਕਿ ਬਿੰਦੀਆਂ ਲੱਗੀਆਂ ਮਿਲਦੀਆਂ ਹਨ। ਤੀਜੀ ਉਦਾਹਰਨ ਵਿੱਚ ਦੇਂਦਾ ਨਰਕ, ਇੱਥੇ ਫਿਰ ਬਿੰਦੀ ਲੱਗੀ ਹੋਈ ਹੈ। ਦੇਂਦਾ ਨਰਕ ਸੁਰਗ ਲੈਦੇ, ਇੱਥੇ ਬਿੰਦੀ ਨਹੀਂ ਲੱਗੀ ਹੋਈ, ਇੱਥੇ ਵੀ ਬਿੰਦੀ ਬੋਲੀ ਜਾਣੀ ਲੈਂਦੇ, ਕਿਉਂਕਿ ਪਹਿਲੀ ਉਦਾਹਰਨ ਵਿੱਚ ਲੈਂਦੇ ਉੱਤੇ ਬਿੰਦੀ ਲੱਗੀ ਹੋਈ ਹੈ। ਇਹ ਵੀ ਸ਼ਬਦ ਲੈਂਦੇ ਹੀ ਹੈ। ਦੇਖੋ ਇਹ ਧੰਗਾਣਾ, ਕਿਉਂਕਿ ਸੰਕੇਤਕ ਬਿੰਦੀਆਂ ਹਨ, ਹਰਥਾਂ ਨਹੀਂ ਵਰਤੀਆਂ ਹੋਈਆਂ। ਇਹ ਸੰਕੇਤਕ ਬਿੰਦੀਆਂ ਦੀ ਵਰਤੋਂ ਜਿਹੜੀ ਬੋਲਣ ਵਿੱਚ ਕੀਤੀ ਜਾਣੀ ਬਣਦੀ ਹੈ। ਚੌਥੀ ਉਦਾਹਰਨ ਵਿੱਚ ਵੀ ਦੇਂਦੇ ਸ਼ਬਦ ਦੇ ਬਿੰਦੀ ਲੱਗੀ ਹੋਈ ਹੈ। ਦੇਂਦੇ ਤੋਟ ਨਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ, ਪੰਨਾ 209।
ਪੰਜਵੀਂ ਉਦਾਹਰਨ ਵਿੱਚ ਦਿਨ ਦੇ ਸ਼ਬਦ ਫਿਰ ਬਿੰਦੀ ਨਾਲ ਹੈ। ਦਿਨ ਦੇ ਤੋਟ ਨਾਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ। ਨੰਬਰ 6 ਇੱਥੇ ਬਿੰਦੀ ਨਹੀਂ ਲੱਗੀ, ਦੇਦੇ ਤੋਟ ਨਾਹੀਂ ਪ੍ਰਭ ਰੰਗਾ, ਪੰਨਾ 99 ਹੈ। ਸੋ ਇੱਥੇ ਦੇਦੇ ਸ਼ਬਦ ਵੀ ਦਿਨ ਦੇ ਹੈ, ਜਿਹੜਾ ਕਿ ਪੰਜਵੀਂ ਉਦਾਹਰਨ ਵਿੱਚ ਹੈ, ਚੌਥੀ ਉਦਾਹਰਨ ਵਿੱਚ ਹੈ ਅਤੇ ਪਹਿਲੀ ਉਦਾਹਰਨ ਵਿੱਚ ਹੈ। ਜਦੋਂ ਦਿਨ ਦੇ ਸ਼ਬਦ ਬਿੰਦੀਆਂ ਨਾਲ ਮਿਲਦਾ ਹੈ ਤਾਂ ਪਿਆਰਿਓ ਇੱਥੇ ਵੀ ਸ਼ਬਦ ਇਹ ਦਿਨ ਦੇ ਪੜਿਆ ਜਗ੍ਹਾ ਦਿਨ ਦੇ ਤੋਟ ਨਾਹੀਂ ਪ੍ਰਭ ਰੰਗਾ। ਤੋ ਇਹ ਸਾਨੂੰ ਉਚਾਰਨ ਇੱਦਾਂ ਬਿੰਦੀਆਂ ਨਾਲ ਜਿਹੜਾ ਬਣਦਾ ਹੈ, ਗੁਰਬਾਣੀ ਦੇ ਵਿੱਚੋਂ ਸਾਨੂੰ ਸੇਧ ਮਿਲਦੀ ਆ, ਬਾਹਰੋਂ ਨਹੀਂ ਇਹ ਕਿਤੋਂ ਕੋਈ ਜੋੜੀਆਂ ਜਾਂਦੀਆਂ। ਇਹ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਵਿੱਚੇ ਗਵਾਹੀ ਦਿੱਤੀ ਹੈ ਗੁਰਬਾਣੀ ਦੇ, ਤੋਂ ਇਹ ਬੋਲੀਆਂ ਜਾਣੀਆਂ ਬਣਦੀਆਂ ਹਨ। ਜਦੋਂ ਕੋਈ ਕਾਰਜਸ਼ਾਲਾ ਵਿੱਚ ਫੈਸਲਾ ਇਹਨਾਂ ਨੂੰ ਕੀਤਾ ਹੈ ਕਿ ਬਿਲਕੁਲ ਨਹੀਂ ਬੋਲਣੀਆਂ ਹੈ ਜਿੱਥੇ ਨਹੀਂ ਲੱਗੀਆਂ ਹੋਈਆਂ। ਇਹ ਹੁਣ ਸਰੋਤੇ ਸੋਚਣ ਕਿ ਇਹ ਸੋਚ ਜਿਹੜੀ ਹੈ ਉਹਨਾਂ ਦੀ ਠੀਕ ਹੈ ਜਾਂ ਗਲਤ ਹੈ। ਅੱਗੇ ਜੀਵਾ, ਥੀਵਾ, ਪੀਵਾ ਸ਼ਬਦਾਂ ਦੀ ਵਰਤੋਂ ਦੇਖੋ। ਪਹਿਲੀ ਉਦਾਹਰਨ ਵਿੱਚ ਸ਼ਬਦ ਲਿਖਿਆ ਹੈ ਬਿੰਦੀ ਨਾਲ ਜੀਵਾਂ, ਦੂਜੀ ਉਦਾਹਰਨ ਵਿੱਚ ਸ਼ਬਦ ਲਿਖਿਆ ਹੈ ਥੀਵਾਂ, ਬਿੰਦੀ ਲਾਈ ਹੋਈ ਹੈ। ਤੀਜੀ ਉਦਾਹਰਨ ਵਿੱਚ ਸ਼ਬਦ ਲਿਖਿਆ ਪੀਵਾਂ, ਬਿੰਦੀ ਲੱਗੀ ਹੋਈ ਹੈ। ਇਹ ਪੰਨੇ ਵੀ ਨਾਲ ਦਿੱਤੇ ਹੋਏ ਹਨ ਜਿੱਥੇ ਉਦਾਹਰਨਾਂ ਲਈਆਂ ਗਈਆਂ ਹਨ। ਪੰਨਾ 99 ਦੇ ਉੱਤੋਂ ਤਿੰਨੇ ਉਦਾਹਰਨਾਂ ਹਨ ਜਿਨ੍ਹਾਂ ਵਿੱਚ ਜੀਵਾਂ, ਥੀਵਾਂ, ਪੀਵਾਂ ਸ਼ਬਦਾਂ ਦੀ ਵਰਤੋਂ ਹੈ। ਹੁਣ ਜਿੱਥੇ ਇਹਨਾਂ ਦੀ ਵਰਤੋਂ ਨਹੀਂ ਬਿੰਦੀਆਂ ਦੀ, ਉਹ ਵੀ ਉਦਾਹਰਨਾਂ ਹਨ 4, ਨੰਬਰ 5 ਅਤੇ ਨੰਬਰ 6। ਇਹ ਤਿੰਨ ਉਦਾਹਰਨਾਂ ਜਿਨ੍ਹਾਂ ਵਿੱਚ ਜੀਵਾ, ਪੀਵਾ ਅਤੇ ਥੀਵਾ ਸ਼ਬਦ ਲਿਖੇ ਹੋਏ ਹਨ, ਜਿਨ੍ਹਾਂ ਦਾ ਅਰਥ ਉਹੀ ਹੈ ਜੋ ਪਹਿਲੀਆਂ ਤਿੰਨ ਉਦਾਹਰਨਾਂ ਵਿੱਚ ਹੈ, ਜੀਵਾਂ, ਥੀਵਾਂ ਅਤੇ ਪੀਵਾਂ। ਅਤੇ ਜੇ ਪਹਿਲੀਆਂ ਤਿੰਨ ਉਦਾਹਰਨਾਂ ਵਿੱਚ ਬਿੰਦੀਆਂ ਲੱਗੀਆਂ ਸਾਨੂੰ ਮਿਲਦੀਆਂ ਹਨ